ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ ਨੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਬਹੁਤ ਸਾਰੇ ਪ੍ਰੇਮੀਆਂ ਨੇ ਲਾਹਾ ਪ੍ਰਾਪਤ ਕੀਤਾ ਬਾਣੀ ਦਾ, ਭਾਵੇਂ ਪਾਠ ਰੂਪ ਵਿੱਚ ਜਾਂ ਕੀਰਤਨ ਰੂਪ ਵਿੱਚ ਜਾਂ ਫਿਰ ਕਥਾ ਰੂਪ ਦੇ ਅੰਦਰ। ਸਿੰਘ ਸਾਹਿਬ ਸੰਤ ਗਿਆਨੀ ਹਰਦੀਪ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਜਿਨ੍ਹਾਂ ਨੂੰ ਅੰਮ੍ਰਿਤ ਹੀ ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਪ੍ਰੇਰਨਾ ਤੋਂ ਸਾਧ ਸੰਗਤ ਕਲਗੀਧਰ ਪਾਤਸ਼ਾਹ ਦਾ ਜਿਹੜਾ ਅੰਮ੍ਰਿਤ ਮਿਲਿਆ, ਉਹ ਮਹਾਂਪੁਰਸ਼ਾਂ ਦੇ ਪ੍ਰਤਾਪ ਨਾਲ ਹੀ ਅੰਮ੍ਰਿਤਧਾਰੀ ਬਣੇ ਸਨ। ਮਹਾਂਪੁਰਸ਼ਾਂ ਦੀ ਸੰਗਤ ਨੇ ਸਾਧ ਸੰਗਤ ਇਹਨਾਂ ਨੂੰ ਪਹਿਲਾਂ ਦੂਸਰੇ ਉਦਾਸੀ ਮਹਾਤਮਾ ਦੇ ਨਾਲ ਸੰਬੰਧ ਸੀ ਇਹਨਾਂ ਦਾ, ਟਕਸਾਲ ਦੇ ਨਾਲ ਮਹਾਂਪੁਰਸ਼ਾਂ ਦੇ ਪ੍ਰਤਾਪ ਨਾਲ ਇਹ ਰਿਸ਼ਤਾ ਜੁੜਿਆ। ਉਹਨਾਂ ਨੇ ਕਥਾ ਦੁਆਰਾ ਨਿਹਾਲ ਕੀਤਾ ਤੇ ਫਿਰ ਗੁਰਮੁਖ ਪਿਆਰੇ ਰਾਗੀ ਸਿੰਘ ਸਾਹਿਬਾਨ ਜੋ ਬੜੀ ਗਰੀਬੀ ਵਿੱਚ ਨਿਮਰਤਾ ਵਿੱਚ ਰਹਿਣ ਵਾਲੇ ਗੁਰਮੁਖ ਨੇ, ਬੜਾ ਸੋਹਣਾ ਕੀਰਤਨ ਹਰ ਰੋਜ਼ ਹੀ ਸਾਧ ਸੰਗਤ ਸੁਣਾ ਰਹੇ, ਅੱਜ ਵੀ ਕੀਤਾ ਹੈ। ਕਥਾ ਕੀਰਤਨ ਹਰ ਰੋਜ਼ ਹੁੰਦਾ ਹੈ, ਪਰ ਅੱਜ ਆਪਣਾ ਵਿਸ਼ੇਸ਼ ਕਰਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਸ਼ ਭਿੰਡਰਾਂ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਦੇ ਬਖਸ਼ਿਸ਼ ਦਾ ਪਾਤਰ ਤਾਂ ਬਹੁਤ ਸਾਰੇ ਹੋਰ ਵੀ ਸਿੰਘ ਬਣੇ, ਪਰ ਜਿਹੜੀਆਂ ਵਿਸ਼ੇਸ਼ ਕਰਕੇ ਰਹਿਮਤਾਂ ਸੰਤ ਗਿਆਨੀ ਕਰਤਾਰ ਸਿੰਘ ਜੀ ਤੇ ਕੀਤੀਆਂ, ਉਹ ਸਾਧ ਸੰਗਤ ਸੇਵਾ ਦੇ ਕਾਰਨ ਸੀ। ਐਡੀ ਵੱਡੀ ਸੇਵਾ ਦੀ ਡਿਊਟੀ ਨਿਭਾਈ। ਉਹਨਾਂ ਮਹਾਂਪੁਰਸ਼ਾਂ ਦੀ ਭਾਈ ਵਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਉਪਰਾਲਾ ਕੀਤਾ, ਕਿਉਂਕਿ ਇਹ ਸਥਾਨ ਵਿਸ਼ੇਸ਼ ਕਰਕੇ ਉਸ ਮਹਾਂਪੁਰਸ਼ ਗੁਰਸਿੱਖ ਦੇ ਨਾਂ ਦੇ ਨਾਲ ਸੰਬੰਧਿਤ ਹੈ, ਬਾਬਾ ਸੰਗ ਜੀ ਦੇ ਨਾਲ, ਜਿਨ੍ਹਾਂ ਦੀ ਕਰਨੀ ਧਾਲਣਾ ਕਮਾਈ ਭਾਈ ਗੁਰਦਾਸ ਵੀ ਜਿਨ੍ਹਾਂ ਦਾ ਜਸ ਕਰਦੇ। ਉਹਨਾਂ ਦੇ ਪਵਿੱਤਰ ਅਸਥਾਨ ਤੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਜਿਹੜੀ ਸੰਤ ਸੇਵੀ ਹੈ, ਔਰ ਕਿਸੇ ਨਾ ਕਿਸੇ ਮਹਾਂਪੁਰਸ਼ ਦੁਆਰਾ, ਕਿਸੇ ਨਾ ਕਿਸੇ ਗੁਰਮੁਖ ਦੀ ਸੰਗਤ ਦੁਆਰਾ, ਉਹਦੀ ਪ੍ਰੇਰਨਾ ਦਾ ਸਦਕਾ ਤਾਂ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅੰਮ੍ਰਿਤ ਤੇ ਸਤਿਗੁਰੂ ਜੀ ਦੀ ਸਿੱਖੀ ਜੇ ਪ੍ਰਾਪਤ ਹੋਈ ਹੈ, ਤਾਂ ਹਰ ਗੁਰਸਿੱਖ ਦਾ ਇੱਕ ਆਪਣਾ ਇਤਿਹਾਸ ਹੈ ਛੋਟਾ ਜਿਹਾ, ਕਿ ਉਹ ਕਿਹਦੀ ਪ੍ਰੇਰਨਾ ਦੇ ਨਾਲ ਗੁਰੂ ਦਾ ਸਿੱਖ ਬਣਿਆ। ਪ੍ਰੇਰਨਾ ਤਾਂ ਆਖਰ ਮਿਲੀ ਕਿਤੋਂ? ਉਹ ਪ੍ਰੇਰਨਾ ਸਤਿਪੁਰਸ਼ਾਂ ਦੇ ਕੋਲੋਂ ਹੀ ਮਿਲਦੀ ਹੈ। ਮਹਾਂਪੁਰਸ਼ ਸਾਰੇ ਇੱਕੋ ਹੀ ਹੁੰਦੇ ਨੇ, ਉਹਨਾਂ ਦਾ ਸਿਧਾਂਤ ਇੱਕੋ ਹੀ ਹੁੰਦਾ ਹੈ। ਜੇ ਇੱਕ ਮੁਸਲਮਾਨ ਫਕੀਰ ਸੀ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਆਪਣੇ ਪਹਿਲੇ ਗੁਰੂ ਸਾਹਿਬਾਨਾਂ ਗੁਰੂ ਨਾਨਕ ਦੇ ਵੇਲੇ ਤੋਂ ਲੈ ਕੇ ਸਿੱਖੀ ਦੀ ਮਹਾਨਤਾ ਨੂੰ ਪ੍ਰਗਟਾਉਂਦਿਆਂ ਹੋਇਆਂ, ਜਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਾਇਆ, ਪੀਰ ਮੀਆਂ ਮੀਰ ਤੋਂ ਰਖਾਇਆ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੋਲ ਬੁੱਧੂ ਸ਼ਾਹ ਵਰਗੇ ਪੀਰ ਸਦਾ ਆਉਂਦੇ ਰਹੇ। ਸਤਿਪੁਰਸ਼ ਕਿਸੇ ਧਰਮ ਦੇ ਅੰਦਰ ਹੋਵੇ, ਉਹਦਾ ਸਰੀਰ ਸਿਧਾਂਤਕ ਤੌਰ ਤੇ ਇੱਕ ਹੀ ਹੋਇਆ ਕਰਦਾ ਹੈ, ਉਹਦੇ 'ਚ ਨਹੀਂ ਕੋਈ ਫਰਕ ਹੈ। ਬ੍ਰਹਮ ਗਿਆਨ ਇੱਕ ਹੈ, ਬ੍ਰਹਮ ਗਿਆਨ ਪ੍ਰਾਪਤ ਕਰਨ ਵਾਲੇ ਦੋ ਕਿਵੇਂ ਹੋ ਸਕਦੇ? ਇਸ ਕਰਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਵਰਸੀ ਤੇ ਵਿਸ਼ੇਸ਼ ਕਰਕੇ ਜਿਤਨੀਆਂ ਰੂਹਾਂ ਪਹੁੰਚੇ ਹੋ,
उस महापुरुष ने जो जीवन की यात्रा सी बड़ी सोहनी अपनी यात्रा संसार दे विच कर गए। सिख जगत के हिरदियां नूं ये गल बलुंदरन वाली सी। हिरदा वेदक खबर अखबारां दी छपी, अचानक एक्सीडेंट होना ते महापुरुषां दा उस बहाने संसार दे विचों जाना। जिथे तक सिੱਖੀ दे प्यार की गल है वो उन्हां दी अंतिम घटना दे नाल उन्हां दी अपनी इच्छा जिहड़ी है ज़ाहिर करदी सी सिੱਖੀ दे नाल कितना प्यार सी संत ज्ञानी करतार सिंह जी दा। कितने बड़े भागां वाले सन। और कितने बड़े भागां वाले उन्हां दे माता पिता सन। उन्हां दी कुल सी जिहदे च पैदा हुए। धन सो वंश, गुरदेव पातशाह कहंदे वंश भी धन ही है। धन सो वंश, धन सो पिता, धन सो माता, जिन जन जाने। वो वंश धन है और वो पिता भी धन है, वो माता भी धन है, जिन्हें एक भगत पुत्र, एक संत पुत्र पैदा करके संसार में दिता। फिर अगली गल है, जिन सास ग्रास ध्याया मेरा हर हर, उन्होंने पैदा होके की कीता? जिन्हें सास ग्रास न विसै हर नामा मन मन। धन से सही नानका, फिर उन्होंने भी धन जिन्होंने आराध्या। धन से सही नानका पूर्ण सोई सन। उन्हों का जन्म नगर धन, उन्हों की वंश धन। देही किसकी वापरी, पवित्र होए वो ग्राम, वो नगर भी पवित्र हो जाता है जिथे कोई सतपुरुष पैदा होता है। महापुरुषों ने एक बार वचन किया सी कि भावें सारियां सिख जथेबंदियां, सारियां संप्रदावां अकाल पुरख वाहिगुरू की बख्शिश है। सारियां दा मुੱਢ ਇੱਕੋ ही है। पर एक गल विशेष करके है कि दमदमी टकसाल का मुखी हर एक नहीं बन सकता। और दमदमी टकसाल का मुखी कोई संसार का बंदा संसारी भी नहीं बन सकता। ਇਹਦੇ ਲਈ कोई विशेष रूह गुरु के हुक्म विच जन्म लैंदी है। और उन्होंने चोणवियां गुरसिखां दे विचों सतगुरु जी भेजते हैं अपनी टकसाल का मुखी बनाने वास्ते। ये हर एक दे वस की गल नहीं है कि टकसाल का मुखी बन जाए। ये तुरदी फिरदी यूनिवर्सिटी भी है। ये पंडितां दी कंसी के मुकाबले च एक कंसी है टकसाल। टकसाल उन्होंने कहते हैं जिथे पातशाही सिक्के घड़ होंदे ने तीन किस्म के। हर एक बादशाह के कोल अपनी टकसाल होंदी सी जिथे सिक्के घड़ होण, उहदा नाम टकसाल है। जिवें कंसी तो गुरु की कंसी शब्द पे है, मेवड़े तो गुरु का मेवड़ा शब्द पे है, मालवे तो गुरु का मालवा, ये नाम पे बड़े इतिहास ने सारिया पंक्तियां ने। इन्हां सारिया गल्लां दे पिछे बड़ियां घटनावां ने। मेवड़ा शब्द किवें मिले है, गुरु का मेवड़ा किवें बने है, आप केवल उस नुकते ते आइए। इस तरह टकसाल हर बादशाह दे कोल, हर देश की अज अपनी टकसाल है जिथे सिक्के घड़ होंदे ने। पुराने समय च सिक्कियां दे तीन रूप होंदे सी। जिथों कलगीधर पातशाह ने इस विद्या नूं पढ़न वालियां पढ़ाउण वालियां उस जगह का नाम टकसाल रखिया। इसदा कारण है कि तीन तरह के सिक्के
सोने दी मोहरां, चांदी दे रुपए, तांबे दे पैसे, ये तीन तरह की करंसी जिहड़ी सी मशहूर सी। और इन्हां सिक्कियां नूं घड़न वाली जगह का नाम टकसाल रखा गया। ये टकसालता सी पहला तो चली आ रही है, हर बादशाह के कोल अपनी टकसाल सी, पर गुरु नानक दे घर विच इस टकसाल नूं एक नाम मिलिया जिहड़ा रब नूं मिलिया होया है, रब तो बिना होर किसी नूं नहीं मिलिया होया। रब नूं नाम की मिलिया? आद सच जुगाद सच है भी सच, नानक होसी भी सच। इस टकसाल नूं नाम मिलिया घड़ी है शब्द सच्ची टकसाल, सच शब्द। वो टकसालां तां सी लेकिन झूठियां, क्योंकि झूठियां बादशाह दियां झूठियां टकसालां सन। गुरु गोबिंद सिंह साहब महाराज सच्चा पातशाह है, बादशाह का जहांगीर भी सी, पर सच्चा पातशाह नहीं बन सकिया। एक घाही दे धर्म किरत ने बादशाह नूं एक ऐसी ठोकर ला दी सी, बादशाह दीयां ताहां निकल गईयां सी। मैं हिंदुस्तान दे उस तख्त ते बैठा, एक सिख ने रखे हुए पैसे चुक लए इसलिए कि पैसे सच्चे बादशाह की इमानत है, झूठे बादशाह नूं तू हक ही नहीं रखता। मैं तो जिहड़ा मत्था भी तेनों गलती नाल टेक बैठा, इसदी माफी मंगांगा सच्चे बादशाह तो। महाराज तुहाडे भुलेखे एक झूठे बादशाह नूं मत्था टेक दिता मैं। बादशाह का शंका मलिया मेट हो गया सी। उन्हें कहा सी तुसीं सच्चा पातशाह क्यों कहते हो? सच्चे पातशाह की सच्ची टकसाल, झूठे पातशाह दीयां झूठियां टकसालां। तीन तरह के सिक्के घड़ आउंदे ते इत्थे भी तीन तरह के सिक्के घड़ आउंदे। अगला प्रोग्राम आप जी ने बड़ा सुंदर मास्तुआणी संप्रदा जिहड़ी महापुरुष बाबा अतर सिंह महापुरखा के नाम नूं कौन नहीं जानदा, उस संप्रदा के दो पुराने साधु आज जोड़ी तुहाडे कोल आ गई है महापुरुषां दी। सीधे ढंग दे नाल सीधियां धारना दे नाल तुहानूं निहाल करना है। 10 तो बाद ध्यान रखना। गल टकसाल दी मैं तुहाडे नाल पहला टकसाल दी करांगा, फिर टकसाल दे जथेदारां दी कुछ गल करांगा, क्योंकि बरसी है महापुरुषां दी। ते अज दो ही गल्लां आपां तुहाडे नाल साझीआं करांगे। शब्दां दे अर्थ उरे आओ महाराज जी, इधर आ जाओ। गल टकसाल दे जथेदार दी। तीन तरह के सिक्के जिवें उत्थे घड़ होए, फिर एक बारी सिमरती च लियाओ। सोने दी मोहरां, चांदी दे रुपए, तांबे दे पैसे, ये तीन तरह की करंसी जिस थां ते घड़ आउंदी सी उहनूं टकसाल कहा जांदा सी। पर की दी? झूठी करंसी, झूठे बादशाह, झूठे संसार दे लई खर्चण वास्ते। कूड़ राजा, कूड़ प्रजा, कूड़ सब संसार पुना वास्ते। गुरु गोबिंद सिंह साहब ने, गुरु नानक ने एक टकसाल चलाई, क्योंकि गुरु नानक पातशाह दा पातशाह है। ਇਹਦੇ ਚ तीन तरह के सिख घड़ हुंदे ने, तीन तरह के सिख की एक सिक्का है। जे भारत विच सिक्के दे विच खोट होवे, वो खोटा रुपया चलिया नहीं करता। खोटे सटिया बाहर बाहर उन्होंने बाहर सटिया जाता है। खरे परख खजाने पाइए, खरिया नूं परख के खजाने विच पाया जाता है। मारे कहंदे सिखो उत्थे परख होनी है, खोटियां ते खरियां दी परख होनी है। गुरु प्यारे पुराने समय दे अंदर एक परखण दा, मैं पुराने बजुर्गों तो रुपए परखण दा एक ढंग सी, उन्होंने करके विखाया। कहते अंगूठे के उत्ते रुपया रख लेना चांदी का, इस तरह ठोला मार के टणका के देखना, तां सिट के ओदी आवाज तो कंन द्वारा समझना ये चांदी की नहीं है, ये मिलावट की नहीं है। पारखू परख दे बादशाह के कोल ऐसी करंसी नूं परखण वाले कि खरे करके लै लै भी रुपये,
कल्ले गिणन की गल नहीं सी, खड़े करके ठणका के देख, परख के देख। ਜਿਹੜੇ रुपए ਵਿੱਚ ਚਾਂਦੀ घट होंदी, 16 आने का रुपया 12-12 आने च भी चलता सी, 10 आने च भी चलता सी, कई रुपये 98 च चलते सी, कि कई रुपये ਜਿਹੜੇ बिल्कुल खोटे भी छड़ दिओ जी, ये किसी अर्थ नहीं है। इसे तरह सिख एक सिक्का है। ये सिक्का किसदा है? ਇਹਦੇ ਤੇ मोहर दरगाही है गुरु नानक दी। ਇਹ गुरु गोबिंद सिंह साहब ਦੇ घर ਵਿੱਚ सिक्का ਘੜਿਆ ਗਿਆ। ਇਹ ਸਿੱਕੇ ਦੀ ਪਰਖ ਨਾ ਹੋਈ। ਜਦੋਂ ਸਿੱਕੇ ਦੀ ਪਰਖ ਨਾ ਹੋਈ ਤੇ ਉਸ ਵੇਲੇ, ਕਿਉਂਕਿ ਸਤਿਗੁਰੂ ਮਹਾਰਾਜ ਜਾਣਦੇ ਸਨ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਭੈ ਜਿਹੜਾ ਹੈ ਉਹ ਮੌਤ ਦਾ ਹੀ ਹੈ। ਇਹ ਤੋਂ ਵੱਡਾ ਕੋਈ ਭੈ ਨਹੀਂ, ਮੌਤ ਤੋਂ ਪਰੇ ਕਿਸੇ ਚੀਜ਼ ਦਾ ਭੈ ਨਹੀਂ। सिख का जीवन मरण तो शुरू किया। जे सिख बनना है पहला मरण कबूल आ जाए, जे सिख बनना है पहला मरण कबूल कर ले, जीवन की छड़ आस। इत्थे एक बहुत बड़ा नुकता है जीवन का। जिन्हों जीने की आस है सिखी नहीं कमा सकता। मरने की चिंता नहीं, जीवन की नहीं आस। जीवन की आस ना हो, मरने की चिंता ना हो, सिख ये विचाले विचाले जो रह गया वो सिख है। पहला मरण कबूल, जीवन की छड़ आस, फिर एक नाल निम्रता गरीबी की निमती, हो सगल की रहन का। अज ये साडे विचों सादगी गई, सारियां दी चरण धूड़ होने वाली गल, दुनिया भर दी हैंकर एक बंदे विच आ गई। नौ सिख है साडा, निम्रता है ही नहीं, प्यार है ही नहीं। साडा पिता तो यह गल कहना, सच कहूं पर सिखो सच कहना, मैं सच शब्द मूहरे लिखिया, कहा बाद विच सच कहूं, सुन लियो मेरी गल ध्यान नाल। महाराज कहंदे सच कहूं सुन लियो सब, जिन प्रेम कियो तिन ही प्रभ पायो। सतगुरु महाराज ने सिक्के घड़े 3 किस्म के, अरखरे, क्योंकि ये परख के मालक के खजाने में पाए जाने। खरियां ते खोटियां की गल कबीर ने भी की, पर उन्हें थोड़ी होर ढंग नाल कीती है, सिद्धांत यही है। कबीर साहब कहते, मैं एक बारी अंबां दी रुत विच हौली हौली अपनी मस्ती तुरदा 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 कबीर जिधरों मूँह है मस्ती सिमरन करदा करदा एक बाग विच जा वड़िया। कुदरत परमात्मा दी रुत उस वेले सुहावनी सी, अंबां दी रुत सी, पक्के होए अंब सन। भावें बाग विच जा वड़िया, अंब चूपण दा लालच कोई नहीं सी कबीर नूं। कबीर ते अपनी मस्ती विच गया सी। अगे बागबान सी, जानदा सी कि कबीर है कि महाराज धन भाग। किते किते कोई सतपुरुष अपनी मर्जी नाल आया करदा है, सतपुरुष दे किते बुलाया नहीं आउंदे, महाराज धन भागो आयो तो भी इसा बैठो। बैठ गए, अपनी बिरती हेठा संसार के लैवल ते लै आंदी। उन्होंने पूछा, सजना की करदा है? ये तेरी किरिया तो मैनूं कुछ समझ नहीं आई। की कर रहे हैं? कहते जी अंबां दी छांटी कर रहे हैं। की होया अंबां नूं? कहते जी कुछ अंब हो ना जिन्होंने तोते ते ਕਾਂ ठुंगा मार गए, दागी हो गए। कबीर साहब कहते वाह भाई वाह, मेरा तो होना सफला हो गया। गल किसी राह की तुर पई, गल किसी सिद्धांत की तुर पई। तेरी इस गल के नाम मैं कोई होर रस लै रहा, अगे चल इत्थे ना रुकी। हुण मैनूं ये दस, जिन्होंने ਕਾਂ ते तोते ने ठुंगा नहीं मारिया उन्हों का की करेगा, ते जिन्होंने ਕਾਂ ते तोते ठुंगा मार गए इन्हों का की करेगा? कहते महात्मा जी एक डूंगा जिहा टोआ पटिया होया है, जिन्होंने ठुंगा लग गई उन्होंने टोए विच पा के मिट्टी दब देंगा, जेडे दूसरे ने उन्होंने संभाल के रखे है ताकि जो मेरा मालक आएगा मेरे मालक नूं प्रवान यही होणगे जिन्होंने तोते ते कामां दी ठुंगा नहीं लगियां। ये उस मालक दे खजाने जाणगे। जे तोतियां ते कावां दियां ठुंगां वेख लईआं मालक ने तो मेरे ते भी खफा होएगा भी तोते आए नहीं हैं, तेरी अनगहली है। ऐसा क्यों हो गया? कबीर साहब कहते हुण तू चुप कर जा,
ਤੇ ਹੁਣ ਮੈਨੂੰ ਬੋਲਣ ਦੇ। ਤੇਰੀ ਗੱਲ ਸਮਾਪਤ ਹੋ ਗਈ ਸੱਜਣਾ, ਤੇ ਹੁਣ ਮੇਰੀ ਸ਼ੁਰੂ ਹੋਣ ਦੇ। ਬਹਿ ਜਾ, ਤੂੰ ਵੀ ਸੁਣ ਲੈ। ਕਬੀਰ ਮਸਤੀ ਵਿੱਚ ਆ ਕੇ ਗੁਣਗੁਣਾਇਆ। ਕਬੀਰ ਨੇ ਆਪਣੀ ਮਸਤੀ ਵਿੱਚ ਆ ਕੇ ਉੱਥੇ ਇੱਕ ਬਾਣੀ ਉਚਾਰੀ, ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਕਬੀਰ ਸਾਹਿਬ ਦੇ 534 ਸ਼ਬਦਾਂ ਦੇ ਅੰਦਰ ਇੱਕ ਸ਼ਬਦ ਹੈ। ਕਬੀਰ ਕਹਿੰਦਾ ਹੈ, ਕਬੀਰ ਫਲ ਲਾਗੇ ਫਲਨ, ਬੜਾ ਸੋਹਣਾ ਫਲਾਂ ਦਾ ਬਾਗ ਫਲਿਆ ਹੋਇਆ। ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਬ। ਫਲ ਪੱਕ ਗਏ ਨੇ ਕਬੀਰ, ਅੰਬ ਪੱਕ ਗਏ, ਰੁੱਤ ਅੰਬਾਂ ਦੀ ਹੈ। ਪਰ ਕਹਿੰਦੇ ਇੱਕ ਗੱਲ ਦਾ ਖਿਆਲ ਰੱਖੀ ਕਬੀਰਾ, ਜਾਏ ਪਹੁੰਚੀ ਖਸਮ ਕੋ, ਜੋ ਬੀਜ ਨਾ ਖਾਈ ਕਾਂ। ਤੂੰ ਆਪਣੇ ਮਨੁੱਖਾ ਸਰੀਰ ਦੇ ਅੰਬ ਦੇ ਇਸ ਫਲ ਨੂੰ ਸੰਭਾਲ ਨਹੀਂ ਸੱਜਣਾ, ਇਹ ਪੱਕਿਆ ਹੋਇਆ ਫਲ ਹੈ ਤੇਰਾ। ਜੇ ਕਾਮ ਤੇ ਕ੍ਰੋਧ ਦੀਆਂ ਠੁੰਗਾਂ ਲੱਗ ਗਈਆਂ ਤਾਂ ਮਾਲਕ ਦੇ ਖਜ਼ਾਨੇ 'ਚ ਨਹੀਂ ਜਾਏਗਾ, ਨਰਕਾਂ ਦੇ ਟੋਏ ਵਿੱਚ ਜਾਏਗਾ। ਫਿਰ ਕਬੀਰ ਨੇ ਖੋਟੇ ਤੇ ਖਰਿਆਂ ਦੀ ਗੱਲ ਇੱਕ ਅੰਬ ਦੇ ਬੂਟੇ ਤੋਂ ਸਿਧਾਂਤ ਲੈ ਕੇ ਸੰਸਾਰ ਨੂੰ ਦਿੱਤਾ। ਸਤਿਗੁਰੂ ਮਹਾਰਾਜ ਨੇ ਸਿੱਖ ਨੂੰ ਕਿਹਾ, ਤੂੰ ਇੱਕ ਸਿੱਕਾ ਹੈ। ਜਿਹੜੇ ਸਿੱਖ ਅਜੇ ਸੇਵਾ ਵਿੱਚ ਜੁੜੇ ਨੇ, ਉਹਨਾਂ ਨੂੰ ਦੱਸ ਦਿੱਤਾ ਕਿ ਤਾਂਬੇ ਦੇ ਪੈਸਿਆਂ ਦੀ ਕਰੰਸੀ ਦੇ ਵਿੱਚ ਆ ਗਏ ਤੁਸੀਂ, ਤੁਹਾਡੇ ਤੇ ਮੋਹਰ ਲੱਗ ਗਈ, ਗੁਰੂ ਦੇ ਬਣ ਕੇ ਸੇਵਾ ਆਰੰਭ ਕਰ ਲਈ, ਤਾਂਬੇ ਦੇ ਸਿੱਕੇ ਬਣ ਗਏ, ਗੁਰੂ ਦੀ ਮੋਹਰ ਲੱਗ ਗਈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਗੁਰੂ ਦੇ ਭਾਣੇ ਵਿੱਚ ਆ ਕੇ ਦੋ ਚੀਜ਼ਾਂ ਮਿਲਣਗੀਆਂ, ਕੇਸਾਂ ਕਾ ਕਰ ਚਬਰ ਢੁਲਾਵਾ, ਚਰਨ ਧੂੜ ਮੁਖ ਲਾਏ। ਸੇਵਾ ਕਰਤ ਹੋਏ ਨੇਹ ਕਾਮੀ, ਮਲ ਦੋਸ਼ ਦੀ ਨਿਵਰਤੀ ਵਾਸਤੇ, ਜੋ ਅੰਤఃਕਰਨ ਚ ਤਿੰਨ ਦੋਸ਼ ਮਲ ਵਿਖੇ ਅਵਰਨ। ਪਹਿਲੇ ਦੋਸ਼ ਦੀ ਨਿਵਰਤੀ ਹੀ ਨਿਸ਼ਕਾਮ ਸੇਵਾ ਨਾਲ ਹੁੰਦੀ ਹੈ। ਸੇਵਾ ਕਰਨੀ ਕਾਮਨਾ ਕੋਈ ਨਾ ਹੋਵੇ। ਇੱਥੇ ਕਾਮਨਾ ਪਹਿਲਾਂ ਹੁੰਦੀ ਹੈ, ਸੇਵਾ ਬਾਅਦ ਚ ਆਰੰਭ ਹੁੰਦੀ ਹੈ। ਇਹ ਜੁੜੇ ਕਿਵੇਂ ਗੱਲ? ਕਾਮਨਾ ਪਹਿਲਾਂ ਆ ਜਾਂਦੀ ਹੈ, ਸੇਵਾ ਬਾਅਦ ਵਿੱਚ ਸ਼ੁਰੂ ਹੁੰਦੀ ਹੈ। ਤੇ ਕਿਤੇ ਸੇਵਾ ਕਰਕੇ ਵੀ ਕੋਈ ਕਾਮਨਾ ਨਹੀਂ ਸੀ ਕਰਨੀ, ਕਿਤੇ ਸੇਵਾ ਦੀ ਆਰੰਭਤਾ ਹੀ ਕਾਮਨਾ ਤੋਂ ਹੋ ਗਈ। ਕੰਮ ਤਾਂ ਪਹਿਲਾਂ ਹੀ ਗੜਬੜ ਹੋ ਗਿਆ। ਅੰਤਿਸ਼ ਕਰਨ ਦੀ ਸ਼ੁੱਧਤਾ ਹੋਵੇ ਕਿਵੇਂ? ਅੱਜ ਸੰਸਾਰ ਦੇ ਵਿੱਚ ਕਰੋੜਾਂ ਦੇ ਵਿੱਚ ਕੋਈ ਇੱਕ ਹੈ ਜਿਸ ਦੀ ਅੰਤਿਸ਼ ਕਰਨ ਦੀ ਸ਼ੁੱਧਤਾ ਹੈ। ਉਹਦਾ ਕਾਰਨ ਕੀ ਹੈ? ਇਹ ਔਖਾ ਰਸਤਾ ਹੈ, ਪਹਾੜੀਆਂ ਦਾ ਰਸਤਾ ਹੈ, ਚੜ੍ਹਨਾ ਹੀ ਔਖਾ ਹੈ, ਜਾਂਦੇ ਨਹੀਂ ਕੋਈ ਉਧਰ ਨੂੰ। ਸੰਸਾਰ ਨੂੰ ਖੁਸ਼ ਕਰਨ ਲੱਗੇ ਹੋਏ ਆ ਅਸੀਂ ਵੀ। ਜਿਹੜੀਆਂ ਗੱਲਾਂ ਤੇ ਤੁਸੀਂ ਖੁਸ਼ ਹੋ, ਉਹ ਜਿਹੇ ਟੁੱਟ ਕੇ ਸੁਣਾ ਕੇ ਅਸੀਂ ਪਰੇ ਹੋ ਜਾਂਦੇ। ਇੱਥੇ ਤੱਕ ਗਿਆਨ ਦੀ ਗੱਲ, ਵੈਰਾਗ ਦੀ ਗੱਲ, ਭਗਤੀ ਦੀ ਗੱਲ, ਇਹ ਵਿਸਰਜਨ ਹੁੰਦੀ ਜਾ ਰਹੀ ਹੈ ਦਿਨ ਪਰ ਦਿਨ। ਅਜੇ ਸ਼ੁਕਰ ਹੈ ਆਪਣੇ ਵਿੱਚ ਇਹੋ ਜਿਹੇ ਬਜ਼ੁਰਗ ਅਜੇ ਬੈਠੇ ਆ ਇਹ ਗੱਲਾਂ ਕਰਨ ਵਾਲੇ, ਜਿਨ੍ਹਾਂ ਦੇ ਜੀਵਨ ਤੇ ਪ੍ਰਭਾਵ ਹੈ ਬ੍ਰਹਮ ਗਿਆਨੀਆਂ ਦਾ। ਤਾਂਬੇ ਦਾ ਪੈਸਾ ਨਿਸ਼ਕਾਮ ਸੇਵਾ ਕਰਨ ਲੱਗੇ ਹੈ। ਸਿੱਖ ਕਰੰਸੀ ਦੇ ਵਿੱਚ ਆ ਗਿਆ, ਗੁਰੂ ਕੀ ਕਰੰਸੀ ਬਣ ਗਈ, ਕਿਉਂਕਿ ਗੁਰੂ ਦੀ ਕਰੰਸੀ ਵਿੱਚ ਇਹ ਸਿੱਕਾ ਧਰਿਆ ਗਿਆ। ਸੇਵਾ ਕਰਦਾ ਹੋਇਆ, ਨਿਸ਼ਕਾਮ ਸੇਵਾ ਕਰਦਿਆਂ ਮਲ ਦੋਸ਼ ਦੀ ਨਿਵਰਤੀ ਹੋ ਗਈ। ਉਸ ਤੋਂ ਬਾਅਦ ਦੂਸਰੀ ਕਰੰਸੀ ਦੇ ਵਿੱਚ ਤਬਦੀਲ ਹੋ ਜਾਏਗਾ, ਚਾਂਦੀ ਦਾ ਸਿੱਕਾ ਬਣ ਜਾਏਗਾ। ਚਾਂਦੀ ਦਾ ਸਿੱਕਾ ਕੌਣ? ਉਪਾਸਕ। ਉਪਾਸਨਾ ਸ਼ਬਦ ਜਿਹੜਾ ਹੈ ਗੁਰੂ ਪਿਆਰਿਓ, ਜਿਵੇਂ ਦੰਪਤੀ ਸ਼ਬਦ ਸਾਂਝਾ ਹੈ। ਦੰਪਤੀ, ਪਤੀ ਤੇ ਸਤੀ ਦੋਨਾਂ ਨੂੰ ਇਕੱਠਿਆਂ ਨੂੰ ਦੰਪਤੀ ਕਹਿ ਦਿੰਦੇ ਆ। ਇਕੱਲੀ ਔਰਤ ਔਰਤ ਹੈ, ਇਕੱਲਾ ਮਰਦ ਮਰਦ ਹੈ। ਪਤੀ ਪਤੀ ਹੈ, ਪਤਨੀ ਪਤਨੀ ਹੈ। ਜੇ ਦੋਨਾਂ ਦਾ ਹੀ ਨਾਂ ਇਕੱਠਾ ਲੈਣਾ ਹੋਵੇ ਤਾਂ ਦੰਪਤੀ ਕਹਿ ਦਈਦਾ, ਪਤੀ ਸਤੀ ਦੋਨੋਂ। ਜਦੋਂ ਉਪਾਸਨਾ ਕਹਿ ਦਿੱਤਾ, ਉਪਾਸਨਾ ਵਿੱਚ ਦੋਨੇ ਹੀ ਸਾਂਝੇ ਕਹੇ ਗਏ ਸ਼ਬਦ। ਜਦੋਂ ਇਹਨਾਂ ਦੋਨਾਂ ਨੂੰ ਅਲੱਗ-ਅਲੱਗ ਕਰਾਂਗੇ, ਧਿਆਨ ਔਰ ਸਿਮਰਨ, ਦੋਨਾਂ ਨੂੰ ਇਕੱਠੇ ਕਰ ਲਈਏ, ਉਪਾਸਨਾ ਅਲੱਗ-ਅਲੱਗ ਕਰ ਲਈਏ, ਧਿਆਨ ਅਲੱਗ ਹੋ ਗਿਆ, ਸਿਮਰਨ ਅਲੱਗ ਹੋ ਗਿਆ। ਤੇ ਉਪਾਸਨਾ ਦਾ ਦੂਸਰਾ ਅਰਥ ਇੱਕ ਤਾਂ ਇਹ ਬਣ ਗਿਆ, ਸਿਮਰਨ ਤੇ ਧਿਆਨ ਸ਼ਕਤੀ ਦੋਨੇ ਇਕੱਠੇ ਕਰਕੇ ਉਪਾਸਨਾ ਹੁੰਦੀ ਹੈ। ਇਹਨੂੰ ਉਪਾਸਨਾ ਕਹਿੰਦੇ ਆ। ਉਪਾਸਨਾ ਦਾ ਦੂਸਰਾ ਬੜਾ ਆਲਾ ਦਰਜੇ ਦਾ ਅਰਥ ਹੈ
उपदार्थ है समीप नेड़े, आसन का अर्थ है स्थिति टिका। ध्यान द्वारा अपने इष्ट दे नेड़े होके बह जाना, एकाग्रता द्वारा टिके बह जाना ध्यान विच, ध्यान साधना द्वारा इहनूं कहंदे ने उपजम आसन उपासन उपासना। ये फिर चांदी का रुपया है, उपासक उपासना का रूप हो जाता है। निराकार की उपासना, अंगरेह उपासना, प्रतीक उपासना, सरगुण की उपासना, निर्गुण की उपासना, बहुत किस्म की उपासना वेदांत ग्रंथां विच लिखी हुई है। ते तीसरी करंसी का नाम है जिन्होंने उपासना तो अगे लंघ गए न, क्योंकि इत्थे आके भी एक दोष होर निवृत्त हो गया। पहली स्टेज तो मल दोष की निवृत्ति हुई, दूजे दे विच बखेप दोष, बखेप कहते मन की चंचलता खत्म हो गई, स्थिर हो गया मन। जब ते शुद्ध पे हबारा तब ते थान थे टिक गया। जो कन को कुठारी चलो कबरो हो तो जिन्नी देर तक सोने की खोट है, कुठारी दे च भजिया फिरदा है। जो शुद्ध हो गया 12 बनी का, वो डली होके तांते कनक विखानी, अलंकार मिल थैली हुई तांते कनक विखानी, सोना ही सोना फिरे, शुद्ध हो गया। मल दोष बखेप दोष। हुण इत्थे एक धर्म शास्त्र एक गल कहंदा है, वो कहंदा ज्ञान का अधिकारी कौन है। ज्ञान की अज लोड़ कित्थे रही है, ज्ञान की भुख कित्थे रही है। ये काम बहुत औखा हो गया। धर्म शास्त्र कहंदा है मल विखेप जाके नहीं, माल दोष की निवृत्ति निष्काम सेवा करके हो गई, उपासना करके बखेप दोष की निवृत्ति हो गई। माल विखेप जाके नहीं किंत एक अज्ञान, दो दोष निवृत्त हो गए, हुण एक दोष रहिंदा होवे बाकी अज्ञान। होवे चव साधन सहित, एक शर्त ये होगी ना। दूसरी शर्त की है, होवे चव साधन सहित सो अध किरत तू मान। मन ली कि वो अधिकारी है ज्ञान का। चव साधन केड़े ने, बैराग, विवेक, कट संपत्ति, मोक्ष इच्छा, ये चार साधन। साधन चार कहें गुरु, प्रथमे एक बैराग, पुण्य विवेक समदम आवत, सुन में मुख बट भाग। हे भागा वाले मुमुक्षु, जे मुक्ति तक जाना चाहते तो फिर आ है ज्ञान का रस्ता। आ जा घड़ी है शब्द सच्ची टकसाल। टकसाल की विचार में आप जी ना कर रहे हैं। टकसाल की कर दी है, टकसाल का अज लोगों ने बहुत गलत अर्थ कढ़ ले। जेडे लोग अंदर तो सिखी स्वरूप के दुश्मन बन गए, उन्होंने टकसाल के अर्थ ही अज होर कढ़ के रख दिते। समझ नहीं। कबीर लोग क्या निंदा बपड़ा जमन ना ही ज्ञान, जिन्होंने हृदय ज्ञान नहीं। चारे साधना के साथ हो गए, बैराग, विवेक, कोट, खट, संपत्ति, मोक्ष इच्छा। होवे चल साधन सहत, कहते फिर तू मन लै अध किरत, यानी वो अधिकारी है ज्ञान का। महाराज सच्चे पातशाह ने की कहा, ज्ञान ना गली ढूंढी है कथ ना करड़ा सार। लोकी गल्लां वाला ज्ञान ढूंढते हैं, गल्लां वाले ज्ञान दे मुक्ति भी गल्लां वाली होंदी है। फिर गल्लां वाला ज्ञान भी हुंदा है, पर मुक्ति भी तो गल्लां वाली होंदी है। गल्लां वाले ज्ञान दे नाल गल्लां वाला रब ही मिलूगा, असली रब नहीं मिलना। क्योंकि जिहो जिहा किसे दा पूंजी है, वह जिहा सौदा कहाँ तैयार है। बड़ी एक पुरानी घटना मेरे याद आ गई मलेरकोटले दी। मैनूं उत्थे रहना पिया कुछ चिर सारे परिवार में। उत्थे एक बड़ा चलाक बंदा अखबार बेचने वाला, एक बंदा बड़ा चलाक अखबार लैण वाला। उदों 4 आने का अखबार आ जाता सी, अजीत, अकाली, ये बड़े चढ़े हुए सी अखबार। उहदे हत्थ विच 4 आने, बहुत पुरानी गल है। 4 आने वो खोटे खोटे 4 आने। कहंदे भी जिस वेले बस तुरूगी उदों इहनूं फड़ा के अखबार लै लेना, मेरे मगर आउं ते तरिया ही है। ऐडे लोग चलाक हो गए। चौनी खोटी लई है, अखबार वाले वाल देखदा है, उधर अखबार वाले भी देखना, अखबार इन्हें लेना है, पर यह नेड़े भी मैनूं कह नहीं रहा जी। अखबार वाला जिहड़ा सी वो भी पीर सी। जदों चलण लगी बस, वो अखबार वाले
वो लट के आगे कहना हाँ जी, कहना एक अखबार, कहना लियाओ पैसे, उन्हें चवानी देती, उन्हें अखबार देता। दोनों ही बड़े खुश। ਜਿਹੜੇ ਬੱਸ ਦੀਆਂ ਸਵਾਰੀਆਂ ਕੋਲ ਬੈਠੀਆਂ ਸੀ ਕਹਿੰਦੇ ਵੀ ਖੁਸ਼ ਐ, ਕਹਿੰਦਾ ਖੁਸ਼ ਇਸ ਕਰਕੇ ਵੀ ਚਵਾਨੀ ਖੋਟੀ ਸੀ ਚੱਲ ਗਈ। ਜਿਹੜੇ ਅਖਬਾਰ ਵਾਲੇ ਦੇ ਕੋਲ ਸੀ ਕਹਿੰਦੇ ਵੀ ਤੂੰ ਕਿਉਂ ਖੁਸ਼ ਐ, ਕਹਿੰਦਾ ਮੈਂ ਇਸ ਕਰਕੇ ਖੁਸ਼ ਐ ਵੀ 8 ਦਿਨ ਦਾ ਬਾਸੀ ਅਖਬਾਰ ਸੀ ਜਿਹੜਾ ਦਿੱਤਾ ਇਹਨੂੰ, ਪੁਰਾਣਾ ਅਖਬਾਰ ਦਿੱਤਾ। ਉਹ ਵੀ ਬੇਈਮਾਨ, ਉਹ ਵੀ ਬੇਈਮਾਨ। ਅੱਜ ਜਿੱਥੇ ਗਿਆਨ ਲੈਣ ਵਾਲੇ ਇਹ ਵੀ ਬੇਈਮਾਨਾ ਕਰਦੇ ਆ ਤੇ ਗਿਆਨ ਦੇਣ ਵਾਲੇ ਵੀ ਤਾਂ ਖੋਟਾ ਹੀ, ਉਹ ਚਵਾਨੀ ਖੋਟੀ ਲਈ ਬੈਠਾ ਹੈ, ਉਹ ਅਖਬਾਰ ਖੋਟਾ ਲਈ ਬੈਠਾ ਹੈ। ਕੰਮ ਦੋਨੇ ਪਾਸੇ ਸੂਤ ਹੋਇਆ ਪਿਆ, ਚੱਲਦਾ ਕੰਮ ਇਸੇ ਤਰ੍ਹਾਂ ਚੱਲਦਾ ਰਹੇਗਾ। ਸੋ ਗੁਰੂ ਪਿਆਰਿਓ, 16 ਮਿੰਟ ਮੇਰੇ ਸਮਾਂ ਬਾਕੀ ਰਹਿੰਦੇ ਆ। ਮੈਂ ਇਹਦੇ ਵਿੱਚ ਹੀ, ਕਿਉਂਕਿ ਅੱਜ ਬਜ਼ੁਰਗਾਂ ਦੇ ਕੋਲੋਂ ਸੁਣਨ ਦਾ ਮੌਕਾ ਮਿਲਿਆ ਕਿ ਮੈਨੂੰ ਵੀ ਕਾਹਲੀ ਹੁੰਦੀ ਹੈ, ਅੱਜ ਮੈਂ ਵੀ ਸੁਣਨ ਦੀ ਇੱਛਾ ਜਿਹੜੀ ਰੱਖਦਾ, ਮੇਰੀ ਵੀ ਲੋੜ ਪੂਰੀ ਹੋਏਗੀ। ਸੋ ਅਧ ਕਿਰਤ ਤੂੰ ਮਾਨ, ਜੇ ਧਰਮ ਸ਼ਾਸਤਰ ਅਨੁਸਾਰ ਦਹਿਸ਼ਤ ਲੱਭੀ ਅਜਦੈਸ਼ ਕਦੀ ਮਿਲਦਾ, ਜੇ ਅਧਿਕਾਰੀ ਲੱਭੀ ਅਧਿਕਾਰੀ ਨਹੀਂ ਮਿਲਦਾ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਿੱਖ ਪ੍ਰਸ਼ਨ ਕਰਦੇ ਨੇ, ਸਤਿਗੁਰੂ ਜੀ ਗਿਆਨ ਕਿਉਂ ਨਹੀਂ ਹੁੰਦਾ, ਕਾਰਨ ਕੀ ਹੈ? ਕਹਿੰਦੇ ਵਕਤਾ ਤੇ ਸਰੋਤਾ ਨਹੀਂ ਮਿਲਦੇ। ਇਹ ਕਾਰਨ ਦੱਸਦੇ ਨੇ 6ਵੇਂ ਪਾਤਸ਼ਾਹ ਮਹਾਰਾਜ। ਵਕਤੇ ਦੇ ਵਿੱਚ ਕੀ ਖੂਬੀ ਹੈ? ਕਹਿੰਦੇ 14 ਗੁਣ ਵਕਤੇ ਵਿੱਚ, ਸਰੋਤੇ ਦੇ ਵਿੱਚ ਵੀ 14 ਗੁਣ। 14 ਗੁਣਾਂ ਚੋਂ ਇੱਕ ਗੁਣ ਦੋਨਾਂ ਧਿਰਾਂ ਚੋਂ ਕਿਸੇ ਕੋਲ ਘੱਟ ਹੋਵੇ ਨਾ, ਵਕਤੇ 14 ਗੁਣ ਪੂਰੇ ਹੋਣ, ਸਰੋਤੇ ਇੱਕ ਗੁਣ ਘੱਟ ਹੋਵੇ 13 ਹੋਣ, ਗਿਆਨ ਨਹੀਂ ਹੁੰਦਾ। ਵਕਤੇ ਦੇ ਇੱਕ ਗੁਣ ਘੱਟ ਹੋਵੇ, ਸਰੋਤੇ ਦੇ 14 ਹੀ ਪੂਰੇ ਹੋਣ, ਫਿਰ ਵੀ ਨਹੀਂ ਹੁੰਦਾ। ਜਦੋਂ ਅਸੀਂ ਉਹ ਗੁਣਾਂ ਦੀ ਲਿਸਟ ਨੂੰ ਪੜ੍ਹਦੇ ਹਾਂ ਤੇ ਗੁਣ ਤਾਂ ਇੱਕ ਵੀ ਨਹੀਂ ਲੱਗਦਾ, 14 ਹੀ ਸਰੋਤੇ 'ਚ ਨਹੀਂ ਲੱਗਦੇ, 14 ਵਕਤੇ 'ਚ ਨਹੀਂ। ਅਸੀਂ ਵਕਤੇ ਹਾਂ, ਤੁਸੀਂ ਸਰੋਤੇ ਹਾਂ, ਕੰਮ ਤਾਂ ਸਾਰ ਰਹੇ ਹਾਂ ਨਾ। ਤੁਸੀਂ ਸਰੋਤਿਆਂ ਦਾ ਸਾਰ ਰਹੇ ਹੋ, ਅਸੀਂ ਵਕਤਿਆਂ ਦਾ ਸਾਰ ਰਹੇ ਹਾਂ। ਗਿਆਨ ਦੇਖ ਲਿਓ ਵੀ ਕਿੰਨਾ ਕੁ ਹੋ ਜਾਊਗਾ। ਮੈਂ ਵੀ ਇੱਥੇ ਕਥਾ ਕੀਤੀ ਹੈ, ਗਿਆਨੀ ਹਰਦੇਵ ਸਿੰਘ ਨੇ ਕੀਤੀ ਹੈ, ਬਾਬਾ ਜੰਗ ਸਿੰਘ ਜੀ, ਅਸੀਂ ਵੀ ਚਲੇ ਜਾਣਾ ਹੈ। ਦੇਖ ਲਿਓ ਵੀ ਕਿੰਨਾ ਕੁ ਗਿਆਨ ਹੋ ਗਿਆ ਸਾਡੇ ਕੋਲੋਂ। ਕਾਰਨ ਕੀ ਹੈ? ਕਾਰਨ ਲੱਭੋ ਪਹਿਲਾਂ ਕੀ ਹੈ। ਜੇ ਦਵਾਈ ਕੰਮ ਨਾ ਕਰੇ ਤਾਂ ਕੋਈ ਕਾਰਨ ਹੋਰ ਹੁੰਦਾ ਵੀ ਗੱਲ ਕੀ ਹੈ, ਦਵਾਈ ਕੰਮ ਕਿਉਂ ਨਹੀਂ ਕਰ ਰਹੀ? ਦਵਾਈ ਸਹੀ ਹੈ, ਇਹ ਕਿਸੇ ਮਾਮੂਲੀ ਵੈਦ ਦੀ ਦਵਾਈ ਨਹੀਂ ਹੈ, ਦਵਾਈ ਪੂਰੀ ਹੈ। ਟਕਸਾਲ ਦੀ ਗੱਲ ਮੈਂ ਆਪ ਜੀ ਦੇ ਨਾਲ ਸਾਂਝੀ ਕਰਦਾ ਸੀ। ਮਹਾਂਪੁਰਸ਼ਾਂ ਦਾ ਵੀ ਨਾਮ ਲਈਏ ਜਿਨ੍ਹਾਂ ਦੀ ਗੱਲ ਵੱਧ ਗਈ। ਕੁਛ ਬੇਬਸੀ ਦਾ ਰੋਗ ਜਿਹਨੂੰ ਹੋਵੇ ਉਹਦੇ ਵੱਸ ਨਹੀਂ ਰਹਿੰਦਾ ਹੁੰਦਾ। ਬੇਬਸੀ ਦਾ ਰੋਗ ਕਈ ਵਾਰੀ ਤੰਗ ਕਰਦਾ ਮੈਨੂੰ ਵੀ, ਗੱਲ ਵੱਧ ਗਈ। ਉਪਾਸਨਾ, ਉਪਾਸਨਾ ਦੇ ਅਰਥ ਹੋਲੇ ਕਹਿੰਦੇ ਤੀਸਰੇ ਨੰਬਰ ਤੇ ਸਿੱਕਾ ਕਿਹੜਾ ਭਾਈ? ਸੋਨੇ ਦੀ ਮੋਹਰ। ਉਹ ਕੌਣ ਹੈ? ਗਿਆਨ ਦਾ ਅਧਿਕਾਰੀ, ਬ੍ਰਹਮ ਗਿਆਨੀ, ਬ੍ਰਹਮ ਗਿਆਨ ਨੂੰ ਲੈਣ ਵਾਲਾ। ਸੋਨੇ ਦੀਆਂ ਮੋਹਰਾਂ। ਸੋਨਾ ਸਾਰੀਆਂ ਧਾਤਾਂ ਚੋਂ ਕੀਮਤੀ ਧਾਤੂ ਹੈ ਗੁਰੂ ਪਿਆਰਿਓ। ਲੋਹਾ ਬੇਅੰਤ ਹੈ ਸੰਸਾਰ ਵਿੱਚ। ਸੋਨਾ, ਚਾਂਦੀ, ਲੋਹਾ, ਜਿਸਤ, ਕਲੀ, ਤਾਂਬਾ, ਸਿੱਕਾ, ਪਿੱਤਲ, 8 ਧਾਤਾਂ ਨੇ। ਤੇ ਸਰੀਰ ਹੈ ਜਿਹੜਾ, ਇਹ ਵੀ 8 ਧਾਤਾਂ ਦਾ ਹੈ। ਅਸ਼ਟਵੀਂ ਅਸ਼ਟ ਧਾਤ ਕੀ ਕਾਇਆ, ਇਹ ਕਾਇਆ ਵੀ 8 ਧਾਤਾਂ ਦੀ ਹੈ। ਤੇ ਸੰਸਾਰ ਦੀ ਆ ਜਿਹੜੀ ਧਰਤੀ ਇਹਦੇ 'ਚ ਵੀ 8 ਧਾਤਾਂ, ਸਰੀਰ 'ਚ ਵੀ 8 ਹੀ ਧਾਤਾਂ ਹੈ। ਤੇ ਸਭ ਤੋਂ ਕੀਮਤੀ ਧਾਤੂ ਹੈ ਸੋਨਾ। ਮਿਕਦਾਰ ਸਾਰਿਆਂ ਤੋਂ ਘੱਟ, ਮਿਕਦਾਰ ਸੋਨੇ ਦੀ ਸਭ ਤੋਂ ਘੱਟ ਤੇ ਕੀਮਤ ਸਾਰਿਆਂ ਤੋਂ ਜ਼ਿਆਦਾ। ਲੋਹੇ ਦੀ ਮਿਕਦਾਰ ਸਾਰਿਆਂ ਤੋਂ ਜ਼ਿਆਦਾ ਤੇ ਮੁੱਲ ਬਿਲਕੁਲ ਹੀ ਸਸਤਾ, ਰੁਲਦਾ ਫਿਰਦਾ। ਗਿਆਨਵਾਨ ਸੋਨੇ ਦੀ ਮੋਹਰ ਹੈ, ਕੀਮਤ ਜ਼ਿਆਦਾ ਹੈ ਪਰ ਹੈ ਥੋੜਾ। ਇਸ ਯੁੱਗ में को विरला ब्रह्म ज्ञानी, ਬ੍ਰਹਮ ਗਿਆਨੀ ਬਹੁਤੇ ਨਹੀਂ ਹੋ ਸਕਦੇ। ਅੱਜ ਤੇ ਪੰਜਾਬ ਵਿੱਚ ਬ੍ਰਹਮ ਗਿਆਨੀਆਂ ਦਾ ਇੱਕ ਹੜ੍ਹ ਆਇਆ ਹੋਇਆ ਹੈ। ਇਹ ਹੜ੍ਹ ਨੇ ਪਤਾ ਨਹੀਂ ਕਿੰਨਾ, ਪੰਜਾਬ ਦੇ ਵਿੱਚ, ਸਾਡੇ ਹਿੰਦੁਸਤਾਨ 'ਚ ਹੜ੍ਹ ਬਹੁਤੇ ਹੁੰਦੇ ਆ ਭਾਈ। ਇੱਧਰ ਤੁਸੀਂ ਤਾਂ ਬਚੇ ਹੋਏ ਹੋ। ਥੋੜੇ ਚਿਰ ਬਾਅਦ ਹੜ੍ਹ ਆ ਜਾਂਦਾ, ਕੋਈ ਨਾ ਕੋਈ ਕਿਸਮ ਦਾ, ਰੋੜ ਕੇ ਲੈ ਜਾਂਦਾ ਸਾਰਾ ਕੁਝ। ਉਸ ਹੜ੍ਹ ਦੇ ਬਾਨੇ ਕਈਆਂ ਦੇ ਭਾਗ ਵੀ ਜਾਗੇ ਹੁੰਦੇ ਨੇ। ਸਰਕਾਰ 'ਚ ਵੀ ਉਧਰ ਹੀ ਕਈ ਪਾਸੇ ਤੇ ਦਾ ਲੱਗਦਾ ਫਿਰ ਜਦੋਂ ਇਹ ਜੀ ਆਫਤ ਆਉਂਦੀ ਹੈ। ਤੇ ਇੱਕ ਹੜ੍ਹ ਚੱਲਿਆ ਹੋਇਆ ਹੁਣ ਬ੍ਰਹਮ ਗਿਆਨੀਆਂ ਦਾ। ਰਾੜੇ ਵਾਲੇ ਮਹਾਂਪੁਰਸ਼ਾਂ ਦੇ ਇੱਕ ਵਚਨ ਯਾਦ ਆ ਗਿਆ। ਇੱਥੇ ਉਹਨਾਂ ਦੇ ਸੰਗੀ ਸੰਤ ਬਾਬਾ ਦਲੀਪ ਸਿੰਘ ਜੀ ਵੀ ਬੈਠੇ ਨੇ, ਹੋਰ ਵੀ ਸੰਗੀ ਬੈਠੇ, ਇਹਨਾਂ ਨੇ ਵੀ ਸੁਣਿਆ ਹੋਊਗਾ। ਮੈਂ ਆਪਣੇ ਕੰਨਾਂ ਦੇ ਨਾਲ ਸੁਣਿਆ ਵਚਨ ਉਹਨਾਂ ਦਾ। ਕਹਿੰਦੇ ਇੱਕ ਜਗ੍ਹਾ ਗੁਰੂ ਨਾਨਕ ਸਾਹਿਬ ਮਹਾਰਾਜ ਮਰਦਾਨੇ ਨੂੰ ਕਹਿੰਦੇ, ਮਰਦਾਨਿਆਂ ਤੈਨੂੰ ਬ੍ਰਹਮ ਗਿਆਨੀਆਂ ਦਾ ਸ਼ਹਿਰ ਵਿਖਾ ਕੇ ਲਿਆਈਏ। ਕਹਿੰਦਾ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਬ੍ਰਹਮ ਗਿਆਨੀਆਂ ਦਾ ਸ਼ਹਿਰ
ਤੁਸੀਂ ਤਾਂ ਕਹਿੰਦੇ ਬ੍ਰਹਮ ਗਿਆਨੀ ਕੋਈ ਕੋਈ ਹੁੰਦਾ, ਕਹਿੰਦੇ ਹਾਂ ਬ੍ਰਹਮ ਗਿਆਨੀ ਹੁੰਦਾ ਤਾਂ ਕੋਈ ਆ, ਪਰ ਇਹ ਸ਼ਹਿਰ ਹੀ ਬਚਦਾ ਬ੍ਰਹਮ ਗਿਆਨੀਆਂ ਦਾ। ਕਹਿੰਦਾ ਮਹਾਰਾਜ ਫੇਰ ਜ਼ਰੂਰ ਲੈ ਕੇ ਚੱਲੋ। ਕਹਿੰਦੇ ਚਲੋ। ਬਾਹਰ ਬੈਠ ਗਏ। ਕਹਿੰਦੇ ਮਰਦਾਨਿਆ ਇਹਨਾਂ ਨੇ ਉਸ ਤਰ੍ਹਾਂ ਦਾ ਸੂਤ ਨਹੀਂ ਆਉਣਾ, ਇਹ ਬ੍ਰਹਮ ਗਿਆਨੀ ਲੋਟ ਕਰਨੇ ਬੜੇ ਔਖੇ ਨੇ। ਬਈ ਤੂੰ ਐਂ ਕਰ, ਆਪਾਂ ਨੂੰ ਕੋਈ ਬਹਾਨਾ ਬਣਾਉਣਾ ਪਊਗਾ। ਆਹ ਜਿਹੜੇ ਝੋਲੇ ਦੇ ਵਿੱਚ ਚਾਦਰਾਂ ਨੇ ਮੇਰੀਆਂ 2, ਇਹ ਝੋਲੇ ਨੂੰ ਇਕੱਠਾ ਕਰਕੇ ਸਿਰ ਤੇ ਰੱਖ ਲੈ, ਜਾ ਕੇ ਸ਼ਹਿਰ ਵਿੱਚ ਹੋਕਾ ਦੇ ਦੇ। ਕਹਿੰਦਾ ਜੀ ਕੀ ਕਹਾਂ? ਕਹਿੰਦੇ ਕਹਿ ਦੇ ਵੀ ਆ ਗਿਆ ਬਾਬਾ ਵੈਦ ਰੋਗੀਆਂ ਦਾ। ਕਹਿੰਦਾ ਮਹਾਰਾਜ ਫਿਰ ਜੇ ਮੇਰੇ ਲੋਕ ਦੁਆਲੇ ਹੋ ਗਏ ਵੀ ਦਵਾਈ, ਕਹਿੰਦੇ ਮੇਰੇ ਕੋਲ ਭੇਜਦੀ, ਦਵਾਈ ਮੈਂ ਦਊਂਗਾ। ਤੂੰ ਨਾ ਵੈਦ ਬਣ ਬੈਠੀ, ਕੰਮ ਖਰਾਬ ਹੋ ਜਾਊਗਾ, ਚਾਦਰਾਂ ਹੀ ਨਿਕਲੀਆਂ ਨੇ, ਸੀਕ ਵੀ ਨਹੀਂ ਹੈ। ਇਹਨਾਂ ਨੂੰ ਇਕੱਠੇ ਕਰਕੇ ਮੇਰੇ ਕੋਲ ਲੈ। ਕਹਿੰਦਾ ਜੀ 7 ਵਜੇ। ਉਹਨੇ ਜਿਉਂ ਦਿੱਤਾ ਹੋਕਾ, ਉੱਥੇ ਦੇ ਰਾਜੇ ਨੂੰ ਕੋਹੜ ਹੋਇਆ ਸੀ। ਰਾਜੇ ਦੇ ਕਿਸੇ ਨੌਕਰ ਨੇ ਸੁਣਿਆ, ਨੱਠ ਕੇ ਜਾ ਕੇ ਦੱਸਿਆ ਮਹਾਰਾਜ ਕੋਈ ਨਵਾਂ ਵੈਦ ਆਇਆ ਹੈ, ਕੀ ਪਤਾ ਕੋਈ ਦਵਾਈ ਲੱਗ ਜਾਏ। ਕਹਿੰਦੇ ਬੁਲਾਓ ਇਸ ਨੂੰ। ਬੁਲਾਇਆ। ਕਹਿੰਦੇ ਜੀ ਪਾਤਸ਼ਾਹ ਬੁਲਾਉਂਦੇ ਨੇ। ਮਰਦਾਨੇ ਨੇ ਕਿਹਾ ਵੀ ਚਲੋ ਭਾਗ ਖੁੱਲ ਗਏ, ਨਾਲੇ ਗੱਫਾ ਪਾਣੀ ਛਕਾਂਗੇ ਤੇ ਹੋਕਾ ਹੀ ਦੇਣਾ, ਇੱਥੇ ਕਿਹੜਾ ਟਾਈਮ ਖੁੰਦਾ। ਬਾਬਾ ਸਮਾਧੀ 'ਚ ਬੈਠਾ, ਹੋਕਾ ਬਾਅਦ 'ਚ ਦੇ ਲਾਂਗੇ। ਬਾਦਸ਼ਾਹ ਕੋਲ ਗਏ। ਬਾਦਸ਼ਾਹ ਬੁਲਾਇਆ, ਚਾਦਰੇ ਦੀ ਬੁੱਕਲ ਮਾਰੀ। ਕਹਿੰਦੇ ਜੀ ਤੁਸੀਂ ਵੈਦ ਹੋ? ਕਹਿੰਦੇ ਨਹੀਂ। ਕਹਿੰਦੇ ਵੀ ਹੋਕਾ ਦੇ ਰਹੇ ਆ। ਕਹਿੰਦੇ ਜੀ ਵੈਦ ਦਾ ਨੌਕਰ ਆ। ਵੈਦ ਕਿੱਥੇ ਆ? ਕਹਿੰਦੇ ਬਾਹਰ ਬੈਠਾ ਹੈ। ਕਹਿੰਦਾ ਬਾਦਸ਼ਾਹ ਨੌਕਰ ਵੀ ਹੈ ਨੇ ਜਿਹੜੇ ਨੌਕਰੀ ਕੋਈ ਨਹੀਂ ਲੈਂਦਾ, ਪਰ ਹੈ ਨੌਕਰ। ਕਹਿੰਦਾ ਵੀ ਇਉਂ ਦੱਸ ਫਿਰ ਕਿੰਨੀ ਕੁ ਦੇਰ ਦਾ ਰਹਿਣਾ? ਕਹਿੰਦਾ ਜੀ ਮੈਂ ਤਾਂ ਬਚਪਨ ਤੋਂ ਹੀ ਵੈਦ ਦੇ ਨਾਲ ਹੀ ਹਾਂ। ਕਹਿੰਦੇ ਤੇਰੇ ਵੈਦ ਕੋਲ ਕੋਹੜ ਦੀ ਬਿਮਾਰੀ ਦਾ ਇਲਾਜ ਹੈ? ਮਰਦਾਨਾ ਹੱਸ ਕੇ ਕਹਿੰਦਾ ਬਾਦਸ਼ਾਹ ਉਹ ਸਾਰੇ ਸੰਸਾਰ ਨੂੰ ਕੋਹੜ ਹੋਇਆ ਹੋਵੇ ਇੱਕ ਚੁਟਕੀ ਨਾਲ ਹਟਾ ਸਕਦਾ, ਤੂੰ ਮੇਰੇ ਵੈਦ ਦੀਆਂ ਗੱਲਾਂ ਕਰਦੇ? ਉਹ ਵੈਦ ਕਿਤੇ ਲੋਕਾਂ ਵਰਗਾ ਵੈਦ ਹੈ, ਉਹਦੇ ਤੇ ਦਰਸ਼ਨ ਕਰਕੇ ਕੋਹੜ ਹਟ ਜਾਂਦਾ, ਐਸਾ ਵੈਦ ਹੈ? ਕਹਿੰਦੇ ਹਾਂ। ਕਹਿੰਦੇ ਫਿਰ ਚੰਗਾ ਵੀ ਵਜ਼ੀਰ ਬੁਲਾਇਆ। ਵਜ਼ੀਰ ਜਾ ਵੀ ਵੈਦ ਜੀ ਨੂੰ ਬੁਲਾ ਕੇ ਲਿਆ। ਮਰਦਾਨਾ ਕਹਿੰਦਾ ਨਾ ਨਾ ਇਹ ਗਲਤੀ ਨਾ ਕਰ ਬੈਠੀ, ਬੁਲਾਉਣ ਜਾਓਗੇ ਆਏਗਾ ਨਹੀਂ, ਤੈਨੂੰ ਰੋਗ ਆ, ਤੂੰ ਚੱਲ ਕੇ ਜਾ ਉਹਦੇ ਕੋਲ। ਵੈਦ ਐਸਾ ਬੇਮਤਾਜ, ਉਹਨੇ ਲੈਣਾ ਕੁਛ, ਪ੍ਰਭ ਕੁਛ ਮੇਰੇ ਸੇ ਬੇਮਤਾਜੇ। ਕਹਿੰਦਾ ਜੀ ਠੀਕ ਹੈ। ਮਰਦਾਨਾ ਵਿੱਚੇ ਬਾਦਸ਼ਾਹ, ਵਿੱਚੇ ਉਹਦੀਆਂ ਮਹਾਰਾਣੀਆਂ, ਵਿੱਚੇ ਸਹਿਜਾਦੇ, ਨੌਕਰ ਚਾਕਰ। ਭਾਈ ਬਾਲਾ ਕਹਿੰਦਾ ਮਹਾਰਾਜ ਤਾਂ ਸਾਰਾ ਲਾਣਾ ਨਹੀਂ ਆ ਰਿਹਾ। ਕਹਿੰਦੇ ਇਹਦੇ ਵਾਸਤੇ ਤਾਂ ਭੇਜਿਆ ਸੀ ਇਹ। ਆ ਕੇ ਮੱਥਾ ਟੇਕਿਆ, ਹੀਰਿਆਂ ਦਾ ਥਾਰ ਰੱਖਿਆ। ਮਹਾਰਾਜ ਕਹਿੰਦੇ ਲੈ ਜਾ, ਤੇਰੇ ਖਜ਼ਾਨੇ 'ਚ ਮੁਬਾਰਕ ਹੋਣ, ਸਾਨੂੰ ਇਹਨਾਂ ਦੀ ਲੋੜ ਨਹੀਂ। ਕਹਿੰਦੇ ਮਹਾਰਾਜ ਮੈਨੂੰ ਤੁਹਾਡੇ ਨੌਕਰ ਤੋਂ ਪਤਾ ਲੱਗਿਆ ਹੈ ਵੀ ਤੁਸੀਂ ਵੈਦ ਹੋ। ਕਹਿੰਦੇ ਤੂੰ ਬਿਮਾਰੀ ਦੱਸ ਕੀ ਹੈ? ਮੇਰੀ ਵੈਦਗੀ ਦੀ ਗੱਲ ਛੱਡ। ਉਹਨੇ ਚਾਦਰ ਚੁੱਕੀ, ਦੇਖਿਆ ਮਹਾਰਾਜ ਸਾਰਾ ਕੋਹੜ ਚੋ ਰਿਹਾ ਹੈ, ਸਿਵੜ ਸਿਵੜ। ਮਹਾਰਾਜ ਕਹਿੰਦੇ ਕੋਈ ਬਾਤ ਨਹੀਂ। ਕਹਿੰਦੇ ਦਵਾਈ ਤੇ ਤਿਆਰ ਹੈ ਪਰ ਤੇਲ ਨਹੀਂ ਤਿਆਰ ਮੇਰੇ ਕੋਲ। ਮਹਾਰਾਜ ਤੇਲ ਦੱਸੋ ਫਿਰ। ਕਹਿੰਦੇ ਕੋਲੂ ਘੱਟ ਲੈ ਕੇ ਇੱਥੇ, ਤੇਲ ਮੈਂ ਸਾਹਮਣੇ ਕੱਢਣਾ ਹੈ। ਕਹਿੰਦੇ ਹਾਂ ਜੀ। ਵਜ਼ੀਰ ਜਲਦੀ ਕਰ, ਫੌਰੀ ਤੌਰ ਤੇ ਕੋਲੂ ਕੱਢ ਦੇ। ਫਟਾਫਟ ਜੀ, ਬਾਦਸ਼ਾਹ ਦੇ ਹੁਕਮ ਆਉਣ ਦੀ ਦੇਰ ਜੀ, ਕੋਲੂ ਮਿੰਟਾਂ 'ਚ ਕੱਢਿਆ ਗਿਆ। ਕਹਿੰਦੇ ਦੱਸੋ ਜੀ ਤੇਲ ਕਾਹਦਾ ਕੱਢਣਾ? ਕਹਿੰਦੇ ਬ੍ਰਹਮ ਗਿਆਨੀ ਦਾ ਤੇਲ ਕੱਢਣਾ। ਬ੍ਰਹਮ ਗਿਆਨੀ ਲਿਆ ਇੱਕ ਫੜ ਕੇ, ਤੇਰਾ ਸਾਰਾ ਸ਼ਹਿਰ ਬ੍ਰਹਮ ਗਿਆਨੀਆਂ ਦਾ। ਕਹਿੰਦੇ ਜੀ ਇਹ ਵੀ ਕੋਈ ਔਖੀ ਗੱਲ ਨਹੀਂ, ਕਿਉਂਕਿ ਜਿਹੜੀ ਚੀਜ਼ ਨਾ ਮਿਲਦੀ ਹੋਵੇ ਉਹਦਾ ਔਖਾ ਹੁੰਦਾ। ਬ੍ਰਹਮ ਗਿਆਨੀ 10 ਕਹੋਂ 10 ਦਾ ਤੇਲ ਕੱਢ ਦੇਣਾ ਤੇ ਕੋਲੂ 'ਚ ਪੀੜ ਕੇ। ਕਹਿੰਦੇ ਬਾਦਸ਼ਾਹ ਐਂ ਕਰੀ ਵੀ ਪਹਿਲਾਂ ਪਹਿਰਾ ਲਾ ਦੇ, ਬਾਅਦ 'ਚ ਕਹੀਂ ਤੇਲ ਦੀ ਗੱਲ ਲੋਕਾਂ ਨੂੰ ਨਾ ਪਤਾ ਲੱਗ ਜਾਏ। ਹੁਣ ਬ੍ਰਹਮ ਗਿਆਨੀ ਨੱਠਣਗੇ ਤੇਰੇ ਸ਼ਹਿਰ 'ਚੋਂ। ਇਹ ਪਹਿਲਾਂ ਫੌਜਾਂ ਲਾਤੀਆਂ, ਫਿਰ ਹੋਕਾ ਦਿੱਤਾ ਬ੍ਰਹਮ ਗਿਆਨੀ। ਜਿਹਦੇ ਘਰ ਜਾ ਕੇ ਸਿਪਾਹੀ ਕਹਿਣ ਜੀ ਤੂੰ ਬ੍ਰਹਮ ਗਿਆਨੀ ਹੈ, ਮੈਂ ਕਦ ਕਿਹਾ ਸੀ ਬ੍ਰਹਮ ਗਿਆਨੀ ਹੈ? ਉਹ ਝਿੜਕੇ ਪਵੇ। ਕਹਿੰਦੇ ਹੁਣ ਤੀ ਬ੍ਰਹਮ ਗਿਆਨੀ ਕਹਿ ਕੇ ਮੰਡੇ ਖਾਂਦਾ ਰਿਹਾ ਤੇ ਹੁਣ ਤੂੰ ਕਹਿੰਦਾ ਬ੍ਰਹਮ ਗਿਆਨੀ ਨਹੀਂ? ਕਹਿੰਦਾ ਨਾ ਵੀ ਮੈਂ ਨਹੀਂ ਬ੍ਰਹਮ ਗਿਆਨੀ ਹੈ। ਸਾਰੇ ਪਿੰਡ 'ਚ ਫਿਰ ਲੈ, ਇੱਕ ਵੀ ਬ੍ਰਹਮ ਗਿਆਨੀ ਨਾ ਨਿਕਲਿਆ। ਬਾਦਸ਼ਾਹ ਨਿਰਾਸ਼ਾ ਹੋ ਕੇ ਮੁੜਿਆ ਕਿ ਮਹਾਰਾਜ ਕਹਿੰਦੇ ਕੀ ਗੱਲ ਹੈ? ਕਹਿੰਦੇ ਮਹਾਰਾਜ ਸਾਰਾ ਸ਼ਹਿਰ ਕਹਾਉਂਦਾ ਸੀ ਬ੍ਰਹਮ ਗਿਆਨੀ, ਅੱਜ ਪਤਾ ਨਹੀਂ ਤੁਹਾਡੇ ਆਏ ਤੇ ਕੀ ਹੋ ਗਿਆ। ਕਹਿੰਦੇ ਅੱਜ ਕੋਲੂ ਦਿਖਦਾ ਹੈ, ਅੱਗੇ ਕੋਲੂ ਨਹੀਂ ਦਿਖਿਆ ਇਹਨਾਂ ਨੂੰ ਕਦੇ। ਕਹਿੰਦੇ ਮਹਾਰਾਜ ਫਿਰ ਹੁਣ ਮੇਰਾ ਕੋਹੜ ਨਹੀਂ ਹਟੂਗਾ ਜੇ ਤੂੰ ਤੇਲ ਨਾ ਮਿਲਿਆ। ਕਹਿੰਦੇ ਨਹੀਂ, ਤੇਰਾ ਕੋਹੜ ਹਟਾ ਕੇ ਜਾਵਾਂਗੇ। ਕਹਿੰਦੇ ਮਰਦਾਨਿਆਂ ਹੁਣ ਜਾ ਕੇ ਹੋਕੇ ਦੀ ਸੋਭਾ ਦਲਦੇ ਹੈ। ਕੀ ਕਹਾਂ ਵੀ ਜਿਹੜਾ ਬ੍ਰਹਮ ਗਿਆਨੀ ਆ ਆਪਣੇ ਆਪ ਨਿਕਲੇ। ਹੁਣ ਇੱਕ ਵਿਚਾਰਾ ਗਰੀਬ ਜਾ ਜਿਹਨੂੰ ਘਰ ਦੇ ਵੀ ਨਹੀਂ ਸੀ ਜਾਣਦੇ ਕੀ ਹੈ, ਹੋਕਾ ਸੁਣ ਕੇ ਬਾਹਰ ਆਇਆ। ਕਹਿੰਦਾ ਭਾਈ ਗੁਰਮੁਖਾ ਕੀ ਗੱਲ ਹੈ? ਕਹਿੰਦੇ ਜੀ ਤੁਸੀਂ ਬ੍ਰਹਮ ਗਿਆਨੀ ਹੋ? ਕਹਿੰਦੇ ਜੀ ਬ੍ਰਹਮ ਗਿਆਨੀ ਤਾਂ ਨਹੀਂ ਮੈਂ ਹੈ, ਪਰ ਜਿਹੜੇ ਕਾਰਜ ਵਾਸਤੇ ਬ੍ਰਹਮ ਗਿਆਨੀ ਦਾ ਸਰੀਰ ਚਾਹੀਦਾ ਹੈ ਉਹ ਮੇਰੇ ਸਰੀਰ ਦੇ ਵਿੱਚੋਂ ਤੈਨੂੰ ਮਿਲ ਜਾਊਗੀ। ਗੱਲ ਹੰਗਤਾ ਤੋਂ ਬਚਿਆ। ਪਹੁੰਚੇ ਮਹਾਰਾਜ ਕੋਲ, ਇਸ਼ਨਾਨ ਕਰਾਇਆ। ਮਹਾਰਾਜ ਨੇ ਇੱਕ ਘੜੌਂਜੀ ਤਿਆਰ ਕੀਤੀ ਹੋਈ, ਇੱਕ ਚੌਂਕੀ ਤਿਆਰ ਕੀਤੀ, ਉੱਪਰ ਮੱਠ ਰੱਖਿਆ, ਉਹਦੇ ਹੇਠਾਂ ਇੱਕ ਲੀਰ ਫਸਾਈ ਹੋਈ, ਛੇਕ ਕਰਕੇ ਉਹ ਪਾਣੀ ਦਾ ਮੱਠ ਭਰਿਆ ਹੋਇਆ। ਕਹਿੰਦੇ ਪਹਿਲਾਂ ਨਹਾਓ ਇਹਨੂੰ, ਫਿਰ ਤੇਲ ਕੱਢਾਂਗੇ। ਬ੍ਰਹਮ ਗਿਆਨੀ ਚੌਂਕੜਾ ਮਾਰ ਕੇ ਬਹਿ ਗਿਆ। ਉਹਦੇ ਹੇਠਾਂ ਬਾਦਸ਼ਾਹ ਬਿਠਾ ਦਿੱਤਾ। ਕਹਿੰਦੇ ਤੈਨੂੰ ਵੀ ਨਹਾਉਣਾ ਹੈ, ਮਾਲਸ਼ ਬਾਅਦ 'ਚ ਕਰਾਂਗੇ। ਜਦੋਂ ਸਤਿਨਾਮ ਵਾਹਿਗੁਰੂ ਕਹਿ ਕੇ ਕਹਿੰਦੇ ਮਰਦਾਨਿਆਂ ਖੋਲ ਦੇ ਪਾਣੀ ਦਾ ਸਰਾਖ,
ਉਹਦੇ ਸਿਰ ਵਿੱਚ ਪਿਆ, ਉਹਦੇ ਜਿਸਮ ਨੂੰ ਲਾ ਕੇ ਜਦੋਂ ਉਹਦੇ ਜਿਸਮ ਨੂੰ ਲੱਗਿਆ ਤੇ ਉਧਰ ਪਾਣੀ ਦਾ ਮੱਢ ਖਾਲੀ ਹੋਇਆ ਤੇ ਬਾਦਸ਼ਾਹ ਉੱਠ ਕੇ ਜਦੋਂ ਖੜਾ ਹੋ ਕੇ ਵੇਖਦਾ ਕੰਚਨ ਵਰਗੀ ਦੇਹੀ ਹੋ ਗਈ, ਸ਼ੁੱਧ ਸੋਨੇ ਵਰਗੀ। ਉਹ ਜਿਹੜੇ ਨਕਲੀ ਬ੍ਰਹਮ ਗਿਆਨੀ ਸੀ ਉਹ ਵੀ ਆਏ ਹੋਏ ਸੀ ਦੇਖਣ ਤੇਲ ਕੱਢਣਗੇ ਕਿਵੇਂ ਕੱਢਣਗੇ। ਤੇ ਜਿਸ ਵੇਲੇ ਦੇਖਿਆ ਉਹ ਬਿਲਕੁਲ ਸ਼ੁੱਧ ਹੋ ਗਿਆ। ਕਹਿੰਦੇ ਜੇ ਐਂ ਪਤਾ ਹੁੰਦਾ ਫਿਰ ਤਾਂ ਆਪਾਂ ਜਵਾਬ ਹੀ ਕਰਨ ਦਿੰਦੇ। ਮਹਾਰਾਜ ਕਹਿੰਦੇ ਫਿਰ ਤੁਹਾਡੇ ਨਾਲ ਨਹੀਂ ਸੀ ਇਹ ਹੋਣ ਲੱਗਿਆ। ਇਹ ਨਕਲੀ ਬ੍ਰਹਮ ਗਿਆਨੀਆਂ ਦੀ ਗੱਲ ਰਾੜੇ ਵਾਲੇ ਮਹਾਂਪੁਰਸ਼ ਬਾਰ-ਬਾਰ ਸੁਣਾਉਂਦੇ। ਅੱਜ ਕਿੱਥੋਂ ਲਿਆਈਏ ਬ੍ਰਹਮ ਗਿਆਨੀ? ਉਹਨਾਂ ਮਹਾਂਪੁਰਸ਼ਾਂ ਵਰਗੇ ਜਿਹੜੇ ਸਾਡੇ ਕੋਲ ਤੁਰ ਗਏ, ਜਿਨ੍ਹਾਂ ਦੀਆਂ ਬਰਸੀਆਂ ਬਣਾ ਰਹੇ ਆ। ਸੰਤ ਬਾਬਾ ਅਤਰ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਬਾਬਾ ਸ਼ਾਮ ਸਿੰਘ ਜੀ, ਬਾਬਾ ਜਵਾਲਾ ਸਿੰਘ ਜੀ, ਸੰਤ ਗਿਆਨੀ ਸੁੰਦਰ ਸਿੰਘ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਇਹ ਬ੍ਰਹਮ ਗਿਆਨੀ ਮਹਾਂਪੁਰਸ਼। ਉਹਨਾਂ ਬ੍ਰਹਮ ਗਿਆਨੀਆਂ ਨੇ ਨਵਾਜਿਆ। ਪਰ ਜਦੋਂ 300 ਸਾਲਾਂ ਦੀ ਪੱਗ ਦਿੱਤੀ ਮਹਾਂਪੁਰਸ਼ਾਂ ਨੇ, ਉਸ ਵੇਲੇ ਬਚਨ ਕਹੇ ਸਨ ਕਿ ਗੁਰੂ ਪਿਆਰਿਓ ਕੁਝ ਵੱਡਿਆਂ ਮਹਾਂਪੁਰਖਾਂ ਦੇ ਵੇਲੇ ਦੇ ਤੇ ਕੁਝ ਹੁਣ ਤੁਸੀਂ ਸਾਰਿਆਂ ਦੇ ਵਿੱਚ ਛੋਟੀ ਉਮਰ ਦਾ ਵਿਦਿਆਰਥੀ ਭਾਈ ਕਰਤਾਰ ਸਿੰਘ ਹੈ। ਅੱਜ ਮੈਂ 9ਵੀਂ ਸਾਲ ਦੀ ਪੱਗ ਇਹਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤਖਤ ਤੇ ਪਟਨਾ ਸਾਹਿਬ ਇਹਨੂੰ ਬਣਾਈ ਹੈ। ਹੁਣ ਇਹ ਪੱਗ ਦੀ ਲਾਜ ਰੱਖਣੀ, ਤੁਸੀਂ ਆਪਣਾ ਛੋਟਾ ਵੀਰ ਜਾਣ ਕੇ ਇਹਦੇ ਸਿਰ ਤੇ ਹੱਥ ਰੱਖਣਾ। ਇਹੋ ਜਿਹੇ ਪਿਆਰ ਵਿਰਾਗ ਦੇ ਬਚਨ ਮਹਾਂਪੁਰਸ਼ਾਂ ਨੇ ਕੀਤੇ। ਉਹਨਾਂ ਤੋਂ ਬਾਅਦ 69 ਦੇ ਵਿੱਚ ਮਹਾਂਪੁਰਸ਼ ਲੜਾਈ ਕਰਦੇ ਹੈ। 69 ਤੋਂ ਬਾਅਦ ਸਾਧ ਸਿੰਘ ਜੀ 78 ਤੱਕ ਮਹਾਂਪੁਰਸ਼ਾਂ ਨੂੰ ਸਮਾਂ ਮਿਲਿਆ। ਐਕਸੀਡੈਂਟ ਹੋਇਆ, ਵੱਡੇ ਵੱਡੇ ਕਾਰਜ ਕੀਤੇ। ਐਕਸੀਡੈਂਟ ਤੋਂ ਬਾਅਦ ਹਸਪਤਾਲ ਵਿੱਚ ਮਹਾਂਪੁਰਸ਼ ਸਨ। ਡਾਕਟਰ ਸਾਹਿਬ ਨੇ ਕਿਹਾ, ਜ਼ਬਾਨ ਬੰਦ ਸੀ ਉਸ ਵੇਲੇ, ਇਹ ਅਖੀਰਲਾ ਬਚਨ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਜ਼ਬਾਨ ਬੰਦ ਸੀ ਤੇ ਦਿਮਾਗ ਪੂਰਾ ਸਹੀ ਕੰਮ ਕਰ ਰਿਹਾ ਸੀ। ਡਾਕਟਰ ਸਾਹਿਬ ਨੇ ਕਿਹਾ ਕਿ ਰੋਮ ਕੱਟਣੇ ਪੈਣਗੇ। ਇਹ ਗੱਲ ਸੰਤਾਂ ਨੇ ਸੁਣ ਲਈ। ਡਾਕਟਰ ਸਾਹਿਬ ਦਾ ਹੱਥ ਫੜ ਕੇ ਕਹਿੰਦੇ, ਐ ਉਹਨੂੰ ਧਿਆਨ ਦੇ ਨਾਲ ਵੀ ਦੇਖ, ਉਹਨੂੰ ਸੈਨ ਲਹਿਗੋਲ ਦੇ ਵਿੱਚ ਬੋਲੇ। ਉਹਦਾ ਹੱਥ ਫੜ ਕੇ ਐ ਹੱਥ ਲਾਇਆ, ਕਹਿੰਦੇ ਮੇਰਾ ਗਲ ਤਾਂ ਬਿਸ਼ੱਕ ਵੱਢਦੀ ਪਰ ਮੇਰਾ ਰੋਮ ਨਾ ਵੱਢਦੀ ਇੱਕ ਵੀ। ਮੈਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ ਹੈ। ਉਹਨਾਂ ਨੂੰ ਸੀ ਗੁਰੂ ਪਿਆਰਿਓ ਸਿੱਖੀ ਪਿਆਰੀ। ਜਾਣ ਲੱਗੇ ਕਿ ਹੀਰਾ ਕੌਮ ਨੂੰ ਦੇ ਗਏ। ਮਹਾਂਪੁਰਸ਼ਾਂ ਦਾ ਵੱਡਿਆਂ ਦਾ ਵਚਨ ਸੀ ਇੱਕ, ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ, ਮੇਰੇ ਤੋਂ ਬਾਅਦ ਜਦੋਂ ਟਕਸਾਲ ਤੀਜੇ ਥਾਂ ਤੇ ਜਾਏਗੀ ਉਦੋਂ ਟਕਸਾਲ ਦਾ ਨਾਮ ਪੂਰੇ ਸੰਸਾਰ ਦੇ ਕੋਨੇ-ਕੋਨੇ ਵਿੱਚ ਜਾਏਗਾ। ਇਹ ਮਹਾਂਪੁਰਸ਼ਾਂ ਦਾ ਬ੍ਰਹਮ ਗਿਆਨੀਆਂ ਦਾ ਵਚਨ ਸੀ। ਔਰ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਨੂੰ ਸੰਸਾਰ ਸਮਝ ਨਹੀਂ ਸਕਿਆ। ਗੱਲ ਸਤਿਪੁਰਸ਼ਾਂ ਦੇ ਸਰੀਰ ਦੇ ਹੁੰਦਿਆਂ ਸਮਝਣੀ ਬੜੀ ਔਖੀ ਹੈ। ਕੱਲਾ ਗਿਆਨੀ ਗੁਰਬਚਨ ਸਿੰਘ ਕਹਿ ਦਿੱਤਾ, ਕਿਸੇ ਨੇ ਕਦੇ ਰੋਸ ਹੀ ਨਹੀਂ ਆਇਆ, ਕਦੇ ਨਾਲਦਿਆਂ ਨੇ ਨਹੀਂ ਕਿਹਾ ਵੀ ਐਡੇ ਐਡੇ ਸ਼ਬਦ ਕਹਿ ਕੇ। ਜਿਸ ਦਿਨ ਲੰਮੇ ਜੱਟ ਪਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆ ਕੇ ਰਹੇ ਸਨ ਅਖਾੜੇ ਪਿੰਡ ਨੂੰ, ਵਾਰ-ਵਾਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲੰਘਣ ਲੱਗੇ, ਇਸ ਅਖਾੜੇ ਪਿੰਡ ਦੀ ਇੱਕ ਬਜ਼ੁਰਗ ਮਾਤਾ ਜਿਹਨੂੰ ਪਤਾ ਲੱਗਿਆ ਵੀ ਸਾਡੇ ਪਿੰਡ ਦਿਆਂ ਨੇ ਸੇਵਾ ਨਹੀਂ ਕੀਤੀ ਕਲਗੀ ਵਾਲੇ ਸਤਿਗੁਰੂ ਦੀ, ਉਹਨੇ 4 ਸਾਹਿਬਜ਼ਾਦੇ ਵਾਰ ਦਿੱਤੇ, ਪਰਿਵਾਰ ਵਾਰ ਦਿੱਤਾ। ਉਹ ਮਾਈ ਦੁੱਧ ਦਾ ਛੰਨਾ ਭਰ ਕੇ ਗੜਬਾ ਲੈ ਕੇ ਸਤਿਗੁਰੂ ਦੇ ਉਸ ਰਾਹ ਵਿੱਚ ਆ ਕੇ ਖੜ ਗਏ। ਰਸਤਾ ਰੁਕਿਆ, ਸਤਿਗੁਰੂ ਨੇ ਘੋੜਾ ਰੋਕ ਲਿਆ। ਮਾਤਾ ਵੱਲ ਹੋਏ, ਕਹਿੰਦੇ ਮਾਤਾ ਮੇਰਾ ਰਾਹ ਰੁਕਿਆ ਹੈ, ਕੀ ਚਾਹੁੰਦੀ ਆ? ਕਹਿੰਦੀ ਸਤਿਗੁਰੂ ਇਸ ਨਗਰ ਦੇ ਸਰਦਾਰਾਂ ਨੇ ਕੋਈ ਸੇਵਾ ਨਹੀਂ ਕੀਤੀ ਕਲਗੀ ਵਾਲਿਆ, ਮੈਂ ਸਾਰੇ ਨਗਰ ਦਾ ਭਲਾ ਚਾਹੁੰਦੀ ਹਾਂ ਕਿ ਜਾਂਦਾ ਜਾਂਦਾ ਮੇਰੀ ਇਹ ਕਾਮਨਾ ਪੂਰੀ ਕਰ ਜਾ ਵੀ ਮੇਰਾ ਆ ਦੁੱਧ ਮੈਂ ਲੈ ਕੇ ਆਈ ਹਾਂ ਤੇਰੇ ਨਿਮਿਤ, ਦੁੱਧ ਛਕ ਜਾ। ਬੇਸ਼ੱਕ ਘੋੜੇ ਤੋਂ ਹੇਠ ਨਾ ਉਤਰ, ਮੇਰੇ ਘਰ ਨਾ ਜਾ, ਬਸ ਕੇਵਲ ਦੁੱਧ ਪੀ ਲੈ, ਮੇਰੀ ਆਤਮਾ ਨੂੰ ਸ਼ਾਂਤੀ ਮਿਲ ਜਾਏਗੀ। ਮਹਾਰਾਜ ਹੱਸ ਕੇ ਕਹਿੰਦੇ ਲਿਆ ਮਾਈ, ਜੇ ਤੈਨੂੰ ਮੈਨੂੰ ਦੁੱਧ ਪਿਆਉਣ ਨਾਲ ਸ਼ਾਂਤੀ ਮਿਲਦੀ ਹੈ ਲਿਆ ਪਿਆ ਦੁੱਧ। ਕਲਗੀ ਵਾਲੇ ਸਤਿਗੁਰੂ ਨੇ ਦੁੱਧ ਪੀਤਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਮਾਤਾ ਗੁਰੂ ਕਿਸੇ ਦਾ ਉਧਾਰ ਨਹੀਂ ਰੱਖਦਾ, ਜੇ ਤੂੰ ਗੁਰੂ ਨੂੰ ਦੁੱਧ ਪਿਆਇਆ ਇਹਦੇ ਬਦਲੇ ਵਿੱਚ ਮੈਂ ਤੈਨੂੰ ਛੁੱਟੀ ਦੇਣਾ ਵੀ ਜੋ ਮਰਜ਼ੀ ਮੰਗ ਲੈ ਤੈਨੂੰ ਉਹੀ ਗੁਰੂ ਨਾਨਕ ਦੇ ਘਰ ਤੋਂ ਮਿਲ ਜਾਏਗਾ। ਇਹ ਹੁਣ ਤੇਰੇ ਤੇ ਆ, ਜੋ ਮਰਜ਼ੀ ਮੰਗ ਲੈ। ਮਾਤਾ ਕਹਿਣ ਲੱਗੀ ਮਹਾਰਾਜ ਮੇਰੀ ਤਾਂ ਅਮੰਗ ਇੱਕੋ ਹੀ ਸੀ ਵੀ ਦੁੱਧ ਪਿਆ ਦਿਆਂ, ਬਸ ਮੇਰੀ ਕੋਈ ਮੰਗ ਨਹੀਂ। ਮੈਂ ਸਤਿਗੁਰੂ ਤੈਨੂੰ ਦੁੱਧ ਪਿਆ ਕੇ ਇਹ ਸੰਸਾਰ ਦਾ ਸੌਦਾ ਨਹੀਂ ਕਰਨ ਆਈ,
लैन देन की गल नहीं, मैं सच्चे प्यार नाल आई है, मैं कुछ भी मंगण नहीं आई तेरे को। महाराज कहते माता तू ऐसे इरादे नाल आई है, हुण ते फिर गुरु का जी करदा भी तेनू देना कुछ ना कुछ। कुल तर जाए, मेरे पिंड दे भाग जागण, मेरे पिंड दियां दूर तक गल्लां होण, मेरे पिंड दियां नूं इह कलंक मिट जा भी कलगी वाले दी सेवा नहीं सी कीती, एक ऐसा ब्रह्म ज्ञानी संत भेज दे। महाराज कहंदे माता ਇਹ ਕੰਮ जल्दी होने वाला नहीं, काली दे विच कई बारी गलतियां होंदियां ने। बचन रहा तेरी कुल विच मैं अपना खास, ये शब्द किया, तेरी कुल विच मैं अपना खास ब्रह्म ज्ञानी सिंह भेजूंगा, जिहड़ा रहत विच भी तैयार प्रत्यार होएगा ते पूर्ण संत भी होएगा, ब्रह्म ज्ञानी होएगा। तेरी जिथे कुल करेगी उथे मेरी सिख जग दी फुलवाड़ी नूं उपदेश दे के पानी भी देगा। माता तेरे घर ब्रह्म ज्ञानी संत पैदा होएगा, तेरा शरीर नहीं होएगा। उथे कहती महाराज मेरी इच्छा पूरी हो गई। उस माता की कुल विच अखाड़े पिंड संत ज्ञानी गुरबचन सिंह महापुरखों का जन्म होया। बई उन्हों की की रीस बनती है जिन्होंने कलगी वाले सतगुरु की अपनी जबान तो मुबारक शब्द मिलया ते तेरी कुल विच ब्रह्म ज्ञानी संत पैदा करा। किथे वो ब्रह्म ज्ञानी जिहड़े शहरों के शहर बसते हैं, अज पंजाब च हड़ आया पिया ब्रह्म ज्ञानियों का, किथे वो ब्रह्म ज्ञानी जिन्होंने सतगुरु कहण ब्रह्म ज्ञानी। गुरु गोबिंद सिंह साहब के जीवन में बहुत ब्रह्म ज्ञानी कहा नहीं मिलता। बाबा अतर सिंह जी बारे वचन किया कलगी वाले सतगुरु ने, बाबा निधान सिंह बारे वचन किया सतगुरु ने, और सतगुरु महाराज ने बाबा मित सिंह बारे वचन किया, बाबा नंद सिंह बारे भी वचन किया। महापुरुषों ने ये सारिया 100 साखी दे विच भी कुछ वचन आउंदे हैं। बाबा राम सिंह का वचन भी आया है। गुरु कृपा करे, ब्रह्म ज्ञानी महापुरुष दीवा बलदा दीवियों, ब्रह्म ज्ञानी एक दीवा है, जदों जल जाए अंधकार दूर हो जाता है। दीवा बलदा दीवियों संसार परवान है, जदों दीवे ते दीवा जल जाए रोशनी कम नहीं होती। उस ब्रह्म ज्ञानी तो अगे दीवा जगया संत ज्ञानी करतार सिंह जी जिन्हां दी वरसी मना रहे हैं। और महापुरुषों ने वचन किया कि टकसाल तीसरी पुस्त में जाके अज तो हिंदुस्तान से जानी जाती है टकसाल, कि उदों पूरे संसार जानी जाएगी। वह भी ब्रह्म ज्ञानियों का वचन पूरा होया, संत ज्ञानी जरनैल सिंह जी ने वचन पूरा किया। तो गुरु प्यारिओ, समय की समाप्ति है, मैं ये नाल ही अपने विचार समाप्त करना चाहूँगा। महापुरुषों की वरसी ते पहुंचे हो, कोई गुण धारण करके जाओ। और रहत विच भी तैयार पर तैयार सन ते सादी बिरती सी बिल्कुल। संत ज्ञानी करतार सिंह जी सन 71 विच जिस वेले साध सिंह जी सेवा चली हरमंदर साहिब की, मैं भी सेवा च सी। महापुरुषों के घरों बीबी उन्होंने बुखार चढ़िया होया। अमरीक सिंह मनजीत सिंह नाल एक चंगी भी महापुरुषों की सारा टब्बर सेवा करन लग्या होया। एक सिंह आया, कहंदा महाराज जी भी माता जी नूं बुखार बहुत तेज हो गया संतां दे घरों, क्योंकि गृहस्थी सी। कहंदे की होया? कहंदे जी बुखार चढ़ गया, दवाई दवा लईए। कहंदे वो गुरु रामदास के दर तो बड़ी दवाई कड़ी होएगी। होर कहंदे उन्होंने मेरा सुनेहा दे दिओ, जिन्ना टोकरा भर के चकेगी ना उन्ना बुखार जल्दी लै जाऊगा। वो बीबी ने जिन्हें भर भर के टोकरे चके तो बुखार अपने लै गया। दिने आप टोकरी ढोनी संतां ने ते शाम नूं तीसरे बार कथा करनी मंजी साहब दीवान हाल विच। बब्बर शेर महापुरुष सी, उन्हां महापुरुषां दी वरसी के संबंध विच इन्ने प्यार ते सत्कार विच जुड़े हो। दास अपने वल्लों सारियां संगतां दा बहुत बहुत धन्नवाद करदा है। संत बाबा ठाकुर सिंह महापुरखा ने जिन्हां नूं एक दरगाही वचन मिलिया होया है, कलकत्ते वचन सुनाया सी। मैं वचन दे नाल ही समाप्ति करना है। महापुरुष उत्थे लगे लंगर वरताउण। जदों लंगर वरताउण लगे, मैं बाबा जी मैं लंगर नहीं छकना जे तुसीं वरताओगे। कहंदे क्यों? मैं कहा जी बजुर्ग वरताउण ते कि असीं बैठ के छकीए बड़ी लज्जा का कारण। कहंदे नहीं नहीं हरी सिंह तू ये वचन मन, मैं तेनों वचन सुनाऊंगा बाद च संतां दा। मैं जी सत वचन मनना ही ठीक हुंदा है। बाद मैनूं कहंदे भी मेरा तो सुभाअ ही बनिया, बाद च प्रशादा छकिया, उन्होंने भी छक लिया, बह गए आसन ते। वचन सुणाउंदियां सुणाउंदियां नाले महापुरुष रो पए। कहंदे एक बारी संत ज्ञानी गुरबचन सिंह मैनूं कहंदे ने, कहंदे ठाकुर सिंह भी साडी सेवा करदियां करदियां बड़े बड़े बीत गए, कोई ज्ञानी बनिया, कोई रागी बनिया, तू सेवा च रहा। कहंदे तैनूं एक वचन दसदे अज। क्या महाराज? कहंदे तेरा जन्म नहीं सी होना,
कहते जी फिर हो क्यों गया जी, जन्म नहीं सी होना क्यों होया? कहते तू मुक्त पुरुष है, ये जन्म धारण तो पहले ही मुक्त है तू। जेड़ा मुक्त होंदा तो जन्म नहीं होंदा, पर तेरा जन्म होया क्यों होया? कहते जदों दरगाह चो साडी ड्यूटी लगी, कहते मेरे कारण तेरा जन्म होया ते गुरु साहब ने मेरे शरीर की सेवा लई तेरा शरीर पैदा किया है, ये गुरु की अपनी खेड सी। कहते है तू मुक्त पुरुष। कहते हुण इन्नी गल दस दे, कहते ठाकर सिंह सारी उम्र सेवा करता रहा, तू मेरी सेवा करके रज गया कि अजे तेनू होर भुख है सेवा की? महापुरुष कह के रो पे, कहते हरी सिंह कहते मेरे तो कहते उस वेले एक गलती हो गई बहुत वड्डी। बाबा ठाकुर सिंह जी कहते, मैं कहा जी की हुई? जेडे सिंह कोल बैठे वो भी मन भर आए। कहते मेरे तो यह कह हो गया महाराज थोड़ी सेवा तो कर ली रज के, हुण मैनू ਸਿੰਘਾਂ ਦੀ सेवा मिलनी चाहिए है। कहते मैनू ये नहीं सी कहना चाहिए भी महापुरुषां ने कहते चंगा तेरा यह भी वचन पूरा हो जू, मेरे शरीर तो बाद ਸਿੰਘਾਂ ਦੀ सेवा मिल जू। कहते हुण ਸਿੰਘ बेसुरे चलते हैं। कहते मैं रोना अपने महापुरुष के वचन नूं भी उन्हां दे वेले जिहड़ा कंट्रोल सी अज वो कंट्रोल ना रहा। मैं ये सेवा काहनूं मंग ली, मैं तो मुक्त पुरुष सी, महापुरुषां दे वचनां अनुसार मैनूं कहना चाहिए महाराज अपने नाल ही लै जाओ। मैं कहना इत्थे रह के की करना, जिस प्यारे सोने तुस आगे मर चली है त्रिग जीवन संसार ताके पाछे जीवन। भाई बख्शियां होया रूहां संसार दे अंदर एवें नहीं। बाबा वीरदास वर्गिया महापुरुषां ने 4 साल की उम्र च राड़े वाले महापुरुषां नूं कहता सी भी ये राजा जोगी संत है। हुण हरेक हुण जमदा ही राजा जोगी, हरेक अपने आप ही बनता है। गोटे दी चुनियां पा पा के राजे जोगी बनी जाते हैं। एक भी कोई राजे जोगी बन जूगा, किते भी 50-50 हज़ार दी कारां लैके राजे जोगी बन जाणगे। वो 110 पार जपजी साहब का रोज करते रहे राड़े वाले महापुरुष ढक्की च बह के। गुरु कृपा करे। आओ महापुरुषों की वर्षी ते महापुरुषों के वचन सुने हैं। भुलां चुकां दी दास खिमा मंगदा है। संत बाबा मिठा सिंह जी बुजुर्ग महापुरुष, संत बाबा जंग सिंह जी मेरे बुजुर्ग महापुरुष मासूआणे जोड़ मेले ते जन्म स्थान ते इकट्ठे होंदे रहने हैं। ते रागी सिंह साहबान इत्थों दी मैनेजमेंट सारियां गुरमुखां दा बहुत बहुत धन्नवाद। भाई गुरदीप सिंह जी मेरे ते हेड ग्रंथी ने। एक मैं बेनती आप जी नूं ये भी करदे हां कि भाई दलजीत सिंह उपल ने गुरबाज चानन पोथी जिहड़ी है वो छपाउण दी सेवा अपने जुम्मे लई है। इन्हां गुरमुखां दा सहयोग देना भाई, ताकि ये कारज अपना जल्दी कर रहे। 2.5 साल जथे ने लाए लिखण ते ये हुण तुहाडी सेवा सफली होवे। भुलां चुकां दी खिमा करनी जी। इन्हां 7-8 दिनां दे विच बहुत भुलां होईयां होणगीਆਂ। मैं करन दे सुभाਅ विश्वास रखदा होया तुहाडे कोलों अनेकां भुलां दी मुआफ़ी मंगदा। इसे तरह प्यार बनाई रखना, इसी तरह मेहर प्रिया से त्यात रखना। हम कूकर तेरे दरबार भौंके आ गए बदन प्रसार। भुलां चुकां दी खिमा करनी जी। वाहिगुरू जी का खालसा